ਗੁਰ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗਾ ਗੁਰ ਅਰਜਨ ਬਿਘਨ ਕੇ ਨਾਸਕ ਬਿਘਨ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਬੰਦੋਂ ਵਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। तजो विरोध सो क्रोध को बड़ा कलह मूलंग हम नह राखै भेद को नित तव अनुकूलंग। वाहिगुरु जी का खालसा वाहिगुरु जी की फतेह। जुगहो जुग अटल चवर छतर तख्त के मालिक साहिबे कमाल सतगुरु ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਪਾਸ ਹਾਜ਼ਰੀਆਂ ਭਰ ਰਹੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ, ਸੰਧਿਆ ਦੇ ਦੀਵਾਨਾਂ ਅੰਦਰ ਜੁੜ ਕੇ ਇਲਾਹੀ ਗੁਰਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਉਪਰੰਤ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਗੁਰੂ ਚਰਣਾ ਪਾਸ ਆਪ ਜੀ ਜੁੜ ਬੈਠੇ ਹੋ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰੀਏ। ਕੱਲ ਦੇ ਜੋ ਪ੍ਰਕਰਨ ਸਨ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਮਨ ਦੇ ਅੰਦਰ ਵਿਚਾਰ ਕੀਤੀ ਹੈ, ਕਿਉਂਕਿ ਪ੍ਰਿਥੀ ਚੰਦ ਬਾਹਰ ਹੇਹਰ ਨਗਰ ਵਿੱਚ ਵਸ ਕੇ ਗੁਰੂ ਘਰ ਦੀ ਨਿੰਦਿਆ ਕਰਦਾ ਹੈ ਤੇ ਸਾਹਿਬ ਜੀ ਮਨ ਵਿੱਚ ਸੋਚਦੇ ਹਨ ਕਿ ਪ੍ਰਿਥੀ ਚੰਦ ਗੁਰੂ ਘਰ ਦਾ ਨਿੰਦਕ ਬਣ ਕੇ ਲੋਕਾਂ ਦੇ ਵਿੱਚ ਗੁਰੂ ਘਰ ਦੀ ਨਿੰਦਿਆ ਕਰ ਰਹੇ ਆ ਤੇ ਇਹਦੇ ਨਾਲ ਹੌਲੀ ਹੌਲੀ ਗੁਰੂ ਘਰ ਦੀ ਕੀਰਤੀ ਫਿੱਕੀ ਪੈ ਜਾਏਗੀ। ਲੋਕ ਇਹ ਸੋਚਣਗੇ ਇਹ ਵੀ ਧਨ ਦੇ ਲੋਭੀ ਹੋ ਗਏ ਨੇ, ਨਾਲੇ ਵੱਡਾ ਭਰਾ ਹੈ, ਪਰਿਵਾਰ ਦੇ ਸਮੇਤ ਉਜੜ ਕੇ ਇੱਧਰ ਉੱਧਰ ਭਟਕਦਾ ਫਿਰਦਾ ਹੈ। ਤੇ ਸਤਿਗੁਰਾਂ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਆਪਣੇ ਕੋਲ ਸੱਦਿਆ। ਭਾਈ ਗੁਰਦਾਸ ਜੀ ਨੂੰ ਮਹਾਰਾਜ ਜੀ ਨੇ ਸਮਝਾਣਾ ਕੀਤਾ ਵੀ ਤੁਸੀਂ ਜਾ ਕੇ ਪ੍ਰਿਥੀ ਚੰਦ ਨੂੰ ਆਖੋ ਕਿ ਆਪਣਾ ਪਰਿਵਾਰ ਲੈ ਕੇ ਵਾਪਸ ਆ ਜਾਏ ਤੇ ਗੁਰੂ ਘਰ ਵਿੱਚ ਵਸ ਕੇ ਜਿਹੜੀਆਂ ਵੀ ਭਟਾਵਾਂ ਆਉਣਗੀਆਂ, ਵਸਤੂਆਂ ਆਉਣਗੀਆਂ, ਉਹ ਸਾਡੇ ਕੋਲੋਂ ਤੁਸੀਂ ਲੈ ਲੈਣਾ, ਵੀ ਅਸੀਂ ਕੀ ਕਰਨੀਆਂ ਨੇ।
ਪਰ ਅੰਦਰ ਦਾ ਕ੍ਰੋਧ ਛੱਡ ਦਿਓ। ਗੁਰੂ ਘਰ ਦੇ ਵਿੱਚ ਗੁਰੂ ਘਰ ਦੇ ਅਨੁਸਾਰ ਹੋ ਕੇ ਵਰਤੋ। ਇਸ ਤਰ੍ਹਾਂ ਮਹਾਰਾਜ ਭਾਈ ਗੁਰਦਾਸ ਜੀ ਨੂੰ ਸਮਝਾਉਂਦੇ ਹਨ। ਆਓ ਸਤਿਗੁਰਾਂ ਦੀ ਪਾਵਨ ਕਥਾ ਨੂੰ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਮੂਹ ਸੰਗਤਾਂ ਪ੍ਰੇਮ ਨਾਲ ਜਪਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਜੋ ਵਿਰੋਧ ਸੋ ਕ੍ਰੋਧ ਕੋ ਬੜ ਕਲਹਾ ਮੂਲੰ। ਮਹਾਰਾਜ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਜੀ ਨੂੰ ਕਹਿ ਰਹੇ ਨੇ, ਜਾ ਕੇ ਪ੍ਰਿਥੀ ਚੰਦ ਨੂੰ ਆਖੋ ਵੀ ਜਿਹੜਾ ਕ੍ਰੋਧ ਤੇ ਵਿਰੋਧ ਹੈ ਨਾ, ਇਹਨਾਂ ਦੋਨਾਂ ਦਾ ਤਿਆਗ ਕਰ ਦਿਓ। ਕਿਉਂਕਿ ਕ੍ਰੋਧ ਸਾਰੀ ਲੜਾਈ ਦਾ ਮੂਲ, ਲੜਾਈ ਦਾ ਮੁੱਢ ਹੈ। ਹਮਨੇ ਰਾਖੈ ਭੇਦ ਕੋ ਨਿਤ ਤਵ ਅਨਕੂਲੰ। ਅਸੀਂ ਕਿਸੇ ਤਰ੍ਹਾਂ ਦਾ ਭੇਦ ਫਰਕ ਨਹੀਂ ਰੱਖਦੇ ਤੇ ਸਦਾ ਹੀ ਅਸੀਂ ਤੁਹਾਡੇ ਅਨੁਸਾਰ ਹਾਂ, ਕਿਉਂਕਿ ਤੁਸੀਂ ਸਾਡੇ ਵੱਡੇ ਭਰਾ ਹੋ। ਹੋਏ ਨਿਸ਼ਕਪਟ ਚਲੀ ਜੀਏ ਮਾਲਕ ਸਭ ਕੇਰੇ। ਤੁਸੀਂ ਹਰ ਇੱਕ ਵਸਤੂ ਦੇ ਮਾਲਕ ਹੋ, ਪਰ ਨਿਸ਼ਕਪਟ ਹੋ ਜਾਓ। ਛਲ ਨਾ ਰੱਖੋ ਮਨ ਵਿੱਚ, ਕਪਟ ਰਹਿਤ ਹੋ ਕੇ ਗੁਰੂ ਘਰ ਵਿੱਚ ਵਿਚਰਨਾ ਕਰੋ, ਰਹਿਣਾ ਕਰੋ। ਜਹੋਂ ਭਲਾ ਸਬੂਹਨ ਕੋ ਹਰ ਕੋ ਸੁਖ ਹੇਰੇ। ਸਾਰਿਆਂ ਦਾ ਭਲਾ ਚਾਹੋ। ਜਿੱਥੇ ਤੁਸੀਂ ਆਪਣਾ ਭਲਾ ਸੋਚਦੇ ਹੋ ਵੀ ਮੇਰਾ ਪਰਿਵਾਰ ਸੁਖੀ ਵਸੇ, ਉਥੇ ਨਾਲ ਸਾਰਿਆਂ ਦਾ ਭਲਾ ਸੋਚਣਾ ਕਰੋ। ਇਸ ਤਰ੍ਹਾਂ ਪ੍ਰਸੰਨ ਹੋ ਕੇ ਤੁਸੀਂ ਸੁਖ ਵੇਖਣਾ ਕਰੋ। ਵੱਡ ਸਥਾਨ ਅਬਹੂ ਜੀਏ ਔਰ ਸਰਲ ਸੁਭਾਉ। ਤੁਸੀਂ ਵੱਡੇ ਸਥਾਨ ਤੇ ਹੋ, ਬਸ ਆਪਣਾ ਸੁਭਾਅ ਸਿੱਧਾ ਕਰ ਲਓ। ਜਿਹੜਾ ਮਨ ਦਾ ਕਪਟ ਹੈ, ਮਨ ਦੇ ਕਪਟ ਦਾ ਤਿਆਗ ਕਰੋ। ਅਵਗੁਣ ਅਲਪਨ ਕੇ ਤਜੋ ਰੱਛੋ ਸਭ ਕਾਉ। ਜਿਹੜੇ ਛੋਟੇ ਹੁੰਦੇ ਨੇ ਉਹਨਾਂ ਵਿੱਚ ਔਗਣ ਵੀ ਹੁੰਦੇ ਨੇ, ਤੇ ਛੋਟਿਆਂ ਦੇ ਔਗਣ ਛੱਡ ਦਿਓ। ਵੱਡਿਆਂ ਵਾਲਾ ਸੁਭਾਅ ਧਾਰੋ, ਕਿਉਂਕਿ ਵੱਡੇ ਛੋਟਿਆਂ ਦੇ ਔਗਣ ਨਹੀਂ ਵੇਖਦੇ। ਚਲੋ ਅਸੀਂ ਛੋਟੇ ਸੀ, ਸਾਡੇ ਵਿੱਚ ਔਗਣ ਨੇ, ਤੇ ਤੁਸੀਂ ਸਾਡੇ ਔਗਣ ਛੱਡ ਕੇ ਤੇ ਸਾਡੇ ਸਾਰਿਆਂ ਦੀ ਰੱਖਿਆ ਕਰਨਾ ਕਰੋ। ਤਬ ਆਏ ਅਸਮੈ ਸਭ ਚਲੈ ਹਮ ਆਦਿਕ ਜੇਤੇ। ਅਸੀਂ ਜਿਤਨੇ ਵੀ ਗੁਰਸਿੱਖਾਂ ਸਾਰੇ ਤੁਹਾਡੀ ਆਗਿਆ ਵਿੱਚ ਚੱਲਾਂਗੇ। ਕਲਹ ਕੁਟੰਬ ਕੀ ਭਲੀ ਨ ਕੀਜੈ ਚਿਤ ਚੇਤੇ। ਜਿਹੜੀ ਪਰਿਵਾਰ ਦੀ ਲੜਾਈ ਹੈ ਨਾ, ਇਹ ਚੰਗੀ ਨਹੀਂ। ਚਿੱਤ ਦੇ ਵਿੱਚ ਵਿਚਾਰ ਕਰੋ। ਜਿੱਥੇ ਪਰਿਵਾਰ ਵਿੱਚ ਆਪਸੀ ਫੁੱਟ ਪੈ ਜਾਏ ਤੇ ਉੱਥੇ ਸੁੱਖ ਨਹੀਂ ਹੁੰਦਾ। ਹਾਰੇ ਤੇ ਸੁਖ ਹੋਤ ਹੈ ਜੀਤੇ ਦੁਖ ਹੋਈ। ਮਹਾਰਾਜ ਕਹਿੰਦੇ ਹਾਰਨ ਦੇ ਨਾਲ ਹੀ ਸੁੱਖ ਹੈ। ਤੁਸੀਂ ਨਹੀਂ ਹਾਰਨਾ ਤੇ ਅਸੀਂ ਹਾਰ ਜਾਂਦੇ ਆ। ਜਿੱਤਣ ਦੇ ਨਾਲ ਦੁੱਖ ਹੀ ਹੁੰਦਾ। ਜਿਹੜਾ ਆਖੇ ਜੀ ਮੈਂ ਜਿੱਤਣਾ ਹੀ ਆ, ਜਿੱਤਿਆ ਮਨੁੱਖ ਦੁੱਖ ਦੀ ਪ੍ਰਾਪਤੀ ਕਰਦਾ। ਉਹ ਅਸੀਂ ਯਤਨ ਵੀ ਇਹੀ ਕਰਦੇ ਆ ਵੀ ਅਸੀਂ ਦੂਜੇ ਤੋਂ ਜਿੱਤ ਜਾਈਏ। ਕਿਉਂਕਿ ਜੇ ਮੈਂ ਹਾਰ ਗਿਆ ਤੇ ਮੈਂ ਨੀਵਾਂ ਹੋ ਜਾਵਾਂਗਾ। ਇਸ ਵਾਸਤੇ ਮੈਂ ਨੀਵਾਂ ਨਹੀਂ ਬਣਨਾ, ਮੈਂ ਵੱਡਾ ਹੋਣਾ। ਤੇ ਵੱਡੇ ਹੋਣ ਵਾਸਤੇ ਮੈਨੂੰ ਭਾਵੇਂ ਕੁਛ ਵੀ ਕਰਨਾ ਪਏ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਫਿਰ ਦੁੱਖ ਹੀ ਸਹਿਣਾ ਪੈਂਦਾ ਹੈ। ਇਸ ਵਾਸਤੇ ਹਾਰ ਕੇ ਸੁੱਖ ਮਿਲਦਾ ਹੈ, ਭਾਵ ਨਿਭ ਕੇ ਸੁੱਖ ਮਿਲਦਾ ਹੈ। ਜਿੱਤ ਕੇ ਉੱਚਾ ਬਣ ਕੇ ਦੁੱਖ ਦੀ ਪ੍ਰਾਪਤੀ ਹੁੰਦੀ ਹੈ। ਅਪ ਜਸ ਪਸ ਰਹਿ ਸਕਲ ਮੈਂ ਧਿਕ ਜੀਵਨ ਸੋਈ। ਇਸ ਤਰ੍ਹਾਂ ਸਾਰਿਆਂ ਵਿੱਚ ਅਪ ਜਸ ਭਾਵ ਨਿੰਦਿਆ ਫੈਲ ਜਾਂਦੀ ਹੈ ਤੇ ਲੋਕ ਮਨੁੱਖ ਦੀ ਨਿੰਦਿਆ ਕਰਦੇ ਨੇ ਤੇ ਇਸ ਮਨੁੱਖ ਦਾ ਜੀਵਣਾ ਤ੍ਰਿਗ ਹੋ ਜਾਂਦਾ ਹੈ। ਸਤਿਗੁਰ ਗਾਦੀ ਬੜੀ ਹੈ ਇਸ ਲਾਇਕ ਹੂਜੇ। ਰਹੀ ਗੱਲ ਗੁਰਤਾ ਗੱਦੀ ਦੀ, ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੱਦੀ ਬਹੁਤ ਵੱਡੀ ਹੈ। ਇਸ ਗੱਦੀ ਦੇ ਆਪਣੇ ਆਪ ਨੂੰ ਲਾਇਕ ਬਣਾ ਲਓ ਤੇ ਤੁਹਾਨੂੰ ਮਿਲ ਜਾਏਗੀ। ਜ਼ਬਰਦਸਤੀ ਜਾਂ ਤੁਰਕਾਂ ਅੱਗੇ ਪੁਕਾਰ ਕਰਕੇ ਗੱਦੀ ਨਹੀਂ ਮਿਲਣੀ। ਤੁਸੀਂ ਘੱਟੋ ਘੱਟ ਆਪਣੇ ਆਪ ਨੂੰ ਇਸ ਗੱਦੀ ਦੇ ਲਾਇਕ ਬਣਾਵੋ। ਸਿੱਖ ਸੇਵਕ ਸਿਆਣੋ ਸੁਮਤ ਜਿਹ ਭਿਖ ਸਭ ਪੂਜੇ। ਜਿਹੜੇ ਸਿਆਣੇ ਸਿੱਖ ਨੇ ਉਹ ਸਿੱਖ ਮਾਇਆ ਵੇਖ ਕੇ, ਦੌਲਤ ਵੇਖ ਕੇ ਪੂਜਾ ਨਹੀਂ ਕਰਦੇ, ਬਲਕਿ ਉਹ ਗੁਰੂ ਦੇ ਗੁਣ ਵੇਖ ਕੇ ਪੂਜਾ ਕਰਦੇ ਹਨ।
ਜੇ ਤੁਹਾਡੇ ਵਿੱਚ ਵੀ ਉਹ ਗੁਣ ਹੋਵਣਗੇ ਤੇ ਆਪਣੇ ਆਪ ਹੀ ਸਿੱਖਾਂ ਨੇ ਤੁਹਾਡੀ ਪੂਜਾ ਕਰਨੀ ਹੈ। ਗੁਣ ਪਰਲੋਕ ਵਿਸਾਲ ਸੁਖ ਸ਼ੁਭ ਗੁਣ ਤੇ ਹੋਵੇ। ਤੇ ਨਾਲੇ ਜਿਹੜੇ ਪਰਲੋਕ ਦੇ ਸੁੱਖ ਹੁੰਦੇ ਨੇ ਉਹ ਵੀ ਸ਼ੁਭ ਗੁਣਾ ਕਰਕੇ ਹੀ ਮਨੁੱਖ ਨੂੰ ਪ੍ਰਾਪਤ ਹੁੰਦੇ ਹਨ। ਦੋਨੋਂ ਥਲ ਮੁਖ ਊਜਲਾ ਦੁਖ ਕਬਹੂ ਨਾ ਜੋਵੇ। ਇਸ ਤਰ੍ਹਾਂ ਸ਼ੁਭ ਗੁਣਾ ਦੇ ਨਾਲ ਦੋਹੇ ਲੋਕਾਂ ਵਿੱਚ ਮੁਖ ਉਜਲਾ ਹੋ ਜਾਂਦਾ ਤੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਕਿਤੇ ਆਦਿਕ ਸਮਝਾਏ ਕਰ ਭਾਈ ਗੁਰਦਾਸੂ। ਇਸ ਪ੍ਰਕਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਨੂੰ ਸਮਝਾਇਆ ਹੈ। ਬੜੇ ਭਰਾਤ ਕੋ ਆਨੀਏ ਗਮਨੇ ਅਬ ਪਾਸੂ। ਸਤਿਗੁਰੂ ਕਹਿੰਦੇ ਜਾ ਕੇ ਸਾਡੇ ਵੱਡੇ ਭਰਾ ਨੂੰ ਇੱਥੇ ਲੈ ਕੇ ਆਓ ਤੇ ਅੰਮ੍ਰਿਤਸਰ ਸਾਹਿਬ ਆ ਕੇ ਉਹ ਆਪਣੇ ਘਰ ਵਿੱਚ ਵਸ ਜਾਏ। ਸੁਨ ਕਰ ਜੁਗ ਕਰ ਜੋਰ ਕਰ ਤਬ ਬਿਨੈ ਬਖਾਨੀ। ਸਤਿਗੁਰਾਂ ਦੇ ਬਚਨ ਸੁਣ ਕੇ ਦੋਨੇ ਹੱਥ ਜੋੜ ਕੇ ਭਾਈ ਗੁਰਦਾਸ ਜੀ ਬੇਨਤੀ ਕਰਦੇ ਹਨ। ਸ੍ਰੀ ਗੁਰੂ ਜੀ ਮੈਂ ਜਾਏ ਹੋ ਆਇਸ ਕੋ ਮਾਨੀ। ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਜੀਓ ਮੈਂ ਆਪ ਜੀ ਦੀ ਆਗਿਆ ਮੰਨ ਕੇ ਜ਼ਰੂਰ ਜਾਵਾਂਗਾ। ਲਖੋ ਨ ਪ੍ਰੰਤਨ ਆਏ ਹੈ ਗਨ ਅਵਗੁਣ ਧਾਰੀ। ਪਰੰਤੂ ਮਹਾਰਾਜ ਜੀ ਇਸ ਗੱਲ ਵਿੱਚ ਸਚਾਈ ਹੈ ਕਿ ਪ੍ਰਿਥੀ ਚੰਦ ਨਹੀਂ ਆਵੇਗਾ। ਉਹਦਾ ਜਿਹੜਾ ਸੁਭਾਅ ਹੈ ਆਪ ਜੀ ਵੀ ਜਾਣਦੇ ਹੋ, ਮੈਂ ਵੀ ਜਾਣਦਾ, ਔਗਣਾਂ ਦੇ ਨਾਲ ਉਹ ਭਰਿਆ ਹੋਇਆ ਹੈ। ਉਸ ਨੇ ਆਪ ਜੀ ਦਾ ਹੁਕਮ ਮੰਨ ਕੇ ਇੱਥੇ ਨਹੀਂ ਆਉਣਾ। ਭਲਾ ਪਨੈ ਸਮਝਾਏ ਬੁਰਾ ਸਭ ਸੁਮਤ ਬਿਸਾਰੀ। ਅਸੀਂ ਜੇ ਭਲਾ ਆਖਾਂਗੇ ਉਹਨੇ ਬੁਰਾ ਹੀ ਸਮਝਣਾ ਹੈ, ਜੇ ਭਲਾ ਬੋਲਾਂਗੇ ਉਹਨੇ ਅੱਗੋਂ ਬੁਰਾ ਹੀ ਬੋਲਣਾ ਹੈ। ਕਾਰਨ ਇਹ ਹੈ ਕਿ ਉਹਨੇ ਆਪਣੀ ਜਿਹੜੀ ਮੱਤ ਹੈ ਨਾ ਉਹਨੂੰ ਵਿਸਾਰ ਦਿੱਤਾ, ਭਾਵ ਚੰਗੀ ਮੱਤ ਉਹਦੀ ਨਾਸ਼ ਹੋ ਗਈ ਹੈ। ਇਮ ਕਹਿ ਕਰ ਪਗ ਕਮਲ ਪਰ ਨਿਜ ਸੀਸ ਲਗਾਇਓ। ਇਤਨੇ ਬਚਨ ਕਹਿ ਕੇ ਭਾਈ ਗੁਰਦਾਸ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਕਵਲਾਂ ਤੇ ਆਪਣਾ ਸੀਸ ਨਵਾਇਆ ਹੈ। ਪ੍ਰੇਮ ਸਹਿਤ ਬੰਦਤ ਭਇਓ ਚਲ ਬਾਹਰ ਆਇਓ। ਪ੍ਰੇਮ ਸਹਿਤ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਗੁਰੂ ਦਰਬਾਰ ਦੇ ਵਿੱਚੋਂ ਭਾਈ ਗੁਰਦਾਸ ਜੀ ਬਾਹਰ ਆ ਗਏ ਹਨ। ਕੇਤਿਕ ਦਾਸ ਨਿਜ ਸਾਥ ਲੈ ਮਗ ਕੀਨ ਪਿਆਨਾ। ਆਪਣੇ ਨਾਲ ਕੁਝ ਕੁ ਸਿੱਖ ਸੇਵਕਾਂ ਨੂੰ ਲੈ ਕੇ ਹੇਹਰ ਨਗਰ ਨੂੰ ਲਾਹੌਰ ਨੂੰ ਭਾਈ ਸਾਹਿਬ ਨੇ ਚਾਲਾ ਪਾ ਦਿੱਤਾ ਹੈ। ਕੇਤਿਕ ਦੇਰ ਮੈਂ ਗਇਓ ਚਲ ਹੇਹਰ ਜਿਸ ਥਾਨਾ। ਚਲਦਿਆਂ ਚਲਦਿਆਂ ਕੁਝ ਸਮੇਂ ਦੇ ਵਿੱਚ ਭਾਈ ਗੁਰਦਾਸ ਜੀ ਲਾਹੌਰ ਤੋਂ ਹੁੰਦੇ ਹੋਏ ਹੇਹਰ ਨਗਰ ਵਿੱਚ ਜਾ ਪਹੁੰਚੇ ਹਨ। ਤੇਰਾ ਕੀਨਸ ਗ੍ਰਾਮ ਮੈਂ ਤਿਸ ਨਿਸ ਬਿਸਰਾਮ। ਹੇਹਰ ਵਿੱਚ ਜਾ ਕੇ ਭਾਈ ਸਾਹਿਬ ਜੀ ਨੇ ਆਪਣਾ ਡੇਰਾ ਕੀਤਾ। ਰਾਤ ਪੈ ਗਈ ਤੇ ਵਿਸ਼ਰਾਮ ਕੀਤਾ ਹੈ। ਅਗਲੇ ਦਿਨ ਇਸ਼ਨਾਨ ਕਰ ਗਰ ਪਹਿਰਿਓ ਜਾਮਾ। ਅਗਲੇ ਦਿਨ ਇਸ਼ਨਾਨ ਪਾਣੀ ਕਰਕੇ ਗਲ ਦੇ ਵਿੱਚ ਜਾਮਾ ਪਹਿਨ ਕੇ ਚੰਗੇ ਵਸਤਰ ਧਾਰਨ ਕਰਕੇ ਗਬਨਿਓ ਪ੍ਰਿਥਿਓ ਨਿਕਟ ਤਬ ਕਰ ਬੰਧਨ ਬੈਸਾ। ਭਾਈ ਗੁਰਦਾਸ ਜੀ ਪ੍ਰਿਥੀ ਚੰਦ ਦੇ ਪਾਸ ਗਏ ਤੇ ਨਮਸਕਾਰ ਜਾ ਕਰਕੇ ਬੈਠ ਗਏ। ਹਾਲਾਂਕਿ ਭਾਵੇਂ ਰਿਸ਼ਤੇਦਾਰੀ ਵਿੱਚ ਮਾਮਾ ਲੱਗਦੇ ਸਨ, ਪ੍ਰਿਥੀ ਚੰਦ ਨਾਲੋਂ ਵੀ ਵੱਡੇ ਸਨ ਭਾਈ ਗੁਰਦਾਸ ਜੀ, ਪਰ ਉਹਨਾਂ ਨੇ ਆਪ ਜਾ ਕੇ ਗੁਰੂ ਪੁੱਤਰ ਹੋਣ ਦਾ ਸਨਮਾਨ ਦਿੰਦਿਆਂ ਪ੍ਰਿਥੀ ਚੰਦ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ ਹੈ। ਕਹਿਓ ਬਰਤੰਤ ਸ ਬੇਨਤੀ ਗੁਰ ਕੋ ਮਤ ਜੈਸਾ। ਸੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਿਹੜਾ ਬਰਤੰਤ ਜੋ ਕੁਝ ਵੀ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਹਾ ਸੀ ਬੇਨਤੀ ਦੇ ਰੂਪ ਵਿੱਚ ਉਹ ਪ੍ਰਿਥੀ ਚੰਦ ਨੂੰ ਆਖਿਆ ਹੈ। ਰਾਮਦਾਸ ਸ੍ਰੀ ਸਤਿਗੁਰੂ ਸ਼ਬ ਗੁਣ ਸਭ ਧਾਮੂ। ਭਾਈ ਗੁਰਦਾਸ ਕਹਿੰਦੇ ਹਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ੁਭ ਗੁਣਾਂ ਦਾ ਘਰ ਹਨ। ਜਗਤ ਆਨ ਜਿਨ ਮਾਨਹੀ ਸਮਤਾ ਸ਼੍ਰੀ ਰਾਮੂ। ਜਿਨ੍ਹਾਂ ਦੀ ਆਨ ਜਿਨ੍ਹਾਂ ਦੀ ਈਨ ਸਾਰਾ ਜਗਤ ਮੰਨਦਾ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ ਸਰਗੁਣ ਸਰੂਪ ਹਨ ਗੁਰੂ ਰਾਮਦਾਸ ਜੀ ਮਹਾਰਾਜ। ਜੇਠੇ ਤਿਨ ਕੇ ਪੁੱਤਰ ਤੁਮ ਉਜਲ ਕੁਲ ਕੇਰੇ। ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੇਠੇ ਵੱਡੇ ਪੁੱਤਰ ਹੋ ਤੇ ਆਪਣੀ ਕੁਲ ਨੂੰ ਤੁਸੀਂ ਉਜਲਾ ਕੀਤਾ ਹੈ। ਗਾਦੀ ਸ਼੍ਰੀ ਨਾਨਕ ਗੁਰੂ ਸਮਦੁਤੀ ਨਾ ਹੇਰੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਗੁਰਤਾ ਗੱਦੀ ਹੈ, ਇਸ ਗੱਦੀ ਦੇ ਸਮਾਨ ਇਸ ਜਗਤ ਵਿੱਚ ਮੈਂ ਕਿਸੇ ਹੋਰ ਦੀ ਸ਼ੋਭਾ ਨੂੰ ਨਹੀਂ ਵੇਖਿਆ। ਮਹਾਪੁਰਖ ਸਤਿਗੁਰ ਅਮਰ ਅਜ਼ਮਤ ਕੇ ਪੂਰੇ। ਮੇਰੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਜੋ ਮਹਾਪੁਰਸ਼ ਪੂਰਨ ਸਤਿਗੁਰੂ ਅਮਰ ਹਨ,
ਅਜਮਤ ਕੇ ਪੂਰੇ ਜਿਹੜੇ ਕਰਾਮਾਤਾਂ ਵਿੱਚ ਪੂਰਨ ਹਨ। ਆਨ ਨਾ ਸੰਸਰ ਜਿਨਹੂ ਕੇ ਗਿਆਨੀ ਗੁਣ ਰੂਰੇ। ਜਿਨ੍ਹਾਂ ਦੇ ਸਮਾਨ ਇਸ ਜਗਤ ਦੇ ਵਿੱਚ ਕੋਈ ਹੋਰ ਦੂਸਰਾ ਨਹੀਂ ਹੈ ਤੇ ਦੁਨੀਆ ਦੇ ਸਮਗਰ ਸੁੰਦਰ ਗੁਣ ਉਹਨਾਂ ਦੇ ਅੰਦਰ ਵਸਦੇ ਹਨ। ਸੋ ਤੁਮ ਜਨਨੀ ਕੇ ਪਿਤਾ ਗੁਰਤਾ ਜਿਨ ਦੀਨੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਕਰਾਮਾਤੀ ਸਾਹਿਬ ਗੁਣਾਂ ਦੇ ਖਜ਼ਾਨੇ, ਭਗਤੀ ਦਾ ਘਰ, ਨਿਮਰਤਾ ਦਾ ਘਰ, ਐਸੇ ਗੁਰੂ ਅਮਰਦਾਸ ਮਹਾਰਾਜ ਤੁਹਾਡੇ ਮਾਤਾ ਜੀ ਦੇ ਪਿਤਾ ਜੀ ਸਨ। ਬੀਬੀ ਭਾਨੀ ਜੀ ਉਹਨਾਂ ਦੇ ਪਿਤਾ ਜੀ ਸਨ ਗੁਰੂ ਅਮਰਦਾਸ ਸਾਹਿਬ ਜੀ। ਤੇ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਜਿਹੜੀ ਗੁਰਤਾ ਗੱਦੀ ਤੁਹਾਡੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੂੰ ਦਿੱਤੀ ਹੈ। ਨਾਨਕ ਦਾਤਕ ਦਉ ਕੁਲ ਉਜਲ ਜਗ ਚੀਨੀ। ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੀ ਨਾਨਕ ਤੇ ਦਾਦਕ, ਵੈਸੇ ਤਿੰਨ ਕੁੱਲਾਂ ਹੁੰਦੀਆਂ ਨੇ, ਇੱਕ ਨਾਨਕੇ, ਇੱਕ ਦਾਦਕੇ, ਇੱਕ ਸਹੁਰੇ। ਤਿੰਨ ਕੁੱਲਾਂ ਹੁੰਦੀਆਂ ਮਨੁੱਖ ਦੀਆਂ, ਸਹੁਰਾ ਪਰਿਵਾਰ, ਦਾਦਕਾ ਪਰਿਵਾਰ ਤੇ ਨਾਨਕਾ ਪਰਿਵਾਰ। ਤੇ ਸਭ ਤੋਂ ਪਹਿਲਾਂ ਦਾਦਕਾ ਤੇ ਨਾਨਕਾ ਪਰਿਵਾਰ ਹੁੰਦਾ, ਵਿਆਹ ਤੋਂ ਬਾਅਦ ਸਹੁਰਾ ਪਰਿਵਾਰ ਨਾਲ ਜੁੜਦਾ ਆ। ਤੇ ਭਾਈ ਗੁਰਦਾਸ ਜੀ ਕਹਿੰਦੇ ਹਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਆਪਣੀ ਨਾਨਕ ਕੁੱਲ ਭਾਵ ਨਾਨਕਾ ਪਰਿਵਾਰ ਸਫਲਾ ਕੀਤਾ, ਉਥੇ ਨਾਲ ਨਾਲ ਉਹਨਾਂ ਨੇ ਆਪਣੇ ਦਾਦਕਿਆਂ ਦੀ ਜਿਹੜੀ ਕੁੱਲ ਸੀ ਉਹ ਵੀ ਉਜੜੀ ਕਰ ਦਿੱਤੀ ਹੈ। ਉਚਿਤ ਤਿਨਹੁ ਕੇ ਕਰਮ ਸ਼ੁਭ ਚਾਹਯਤ ਤੁਮ ਹੀ ਕੋ। ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਤੋਂ ਬਾਅਦ ਗੁਰਤਾ ਗੱਦੀ ਤੇ ਬੈਠੇ, ਤੁਹਾਡੇ ਪਿਤਾ ਜੀ ਨੇ ਆਪ ਉਹਨਾਂ ਨੂੰ ਗੱਦੀ ਦਿੱਤੀ। ਇਹ ਗੱਲ ਜੱਗ ਜਾਣਦਾ ਹੈ ਤੇ ਤੁਹਾਨੂੰ ਵੀ ਚਾਹੀਦਾ ਹੈ ਜਿਹੋ ਜੇ ਕਰਮ ਗੁਰੂ ਰਾਮਦਾਸ ਸਾਹਿਬ ਜੀ ਕਰਦੇ ਰਹੇ, ਜਿਹੋ ਜੇ ਕਰਮ ਗੁਰੂ ਅਰਜਨ ਦੇਵ ਸਾਹਿਬ ਜੀ ਕਰਦੇ ਰਹੇ, ਉਹੋ ਜੇ ਕਰਮ ਕਰਨੇ ਤੁਹਾਡੇ ਵਾਸਤੇ ਉਚਿਤ ਹਨ। ਜਿਨ ਕੋ ਜਗਤ ਸਰਾਹੈ ਹੀ ਅਸ ਕਰੀਐ ਨੀਕੋ। ਪ੍ਰਿਥੀ ਚੰਦ ਜੀ ਇਹੋ ਜੇ ਕਰਮ ਕਰੋ ਜਿਨ੍ਹਾਂ ਕਰਮਾਂ ਨੂੰ ਵੇਖ ਕੇ ਸਾਰਾ ਜਗਤ ਤੁਹਾਡੀ ਸ਼ਲਾਘਾ ਕਰੇ, ਤੁਹਾਡੀ ਵਡਿਆਈ ਕਰੇ। ਸੋਢ ਬੰਸ ਮੈਂ ਜਨਮ ਹੈ ਛਤਰੀ ਬੜ ਬਾਹੂ। ਤੁਹਾਡਾ ਜਨਮ ਸੋਢੀਆਂ ਦੀ ਬੰਸ ਵਿੱਚ ਹੋਇਆ ਹੈ। ਇਹ ਛਤਰੀਆਂ ਦੀ ਕੁੱਲ ਹੈ, ਜਿਹੜੇ ਬਾਹੂ ਬਲ ਵਾਲੇ ਯੋਧੇ ਹਨ ਉਹਨਾਂ ਦੀ ਕੁੱਲ ਹੈ। ਤੁਰਕਨ ਆਗੇ ਬੇਨਤੀ ਹੁਤ ਹੋਏ ਉਤਸਾਹੂ। ਤੇ ਤੁਸੀਂ ਫਿਰ ਇਹਨਾਂ ਛਤਰੀਆਂ ਦੇ ਘਰ ਵਿੱਚ ਜਨਮ ਕੇ ਗੁਰੂ ਕੁੱਲ ਵਿੱਚ ਪ੍ਰਗਟ ਹੋ ਕੇ ਤੇ ਤੁਰਕਾਂ ਅੱਗੇ ਜਾ ਕੇ ਦੀਨ ਬਣ ਕੇ ਬੇਨਤੀ ਕਰੋਗੇ। ਇਹਦੇ ਨਾਲ ਤੁਹਾਡੀ ਤੇ ਤੁਹਾਡੀ ਕੁੱਲ ਦੀ ਸ਼ੋਭਾ ਨਹੀਂ ਘਟੇਗੀ ਜਦੋਂ ਤੁਸੀਂ ਤੁਰਕਾਂ ਅੱਗੇ ਦੀਨ ਬਣ ਕੇ ਬੇਨਤੀ ਕਰੋਗੇ। ਮਿਆਦੇ ਸ਼੍ਰੀ ਅਰਜਨ ਗੁਰੂ ਬਹੁ ਕਰ ਸਨਮਾਨਾ। ਇਸ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਹੁਤ ਜ਼ਿਆਦਾ ਸਨਮਾਨ ਤੇ ਸਤਿਕਾਰ ਕਰਕੇ ਕਰਿਓ ਹਕਾਰਨ ਆਪ ਕੋ ਬਸੀਐ ਨਿਜ ਥਾਨਾ। ਆਪ ਜੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਬੁਲਾਇਆ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਨਾਲ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਪਣੇ ਘਰ ਵਿੱਚ ਵਸਣਾ ਕਰੋ। ਗੁਰ ਕੀ ਕਹਿਵਤ ਸਕਲ ਹੀ ਗੁਰਦਾਸ ਸੁਨਾਈ। ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਸਾਹਿਬ ਜੀ ਦੇ ਕਹੇ ਹੋਏ ਬਚਨ ਜਿਹੜੇ ਸਨ ਪ੍ਰਿਥੀ ਚੰਦ ਨੂੰ ਸੁਣਾਏ ਤੇ ਹੁਣ ਕੁਝ ਬਚਨ ਉਹਨਾਂ ਨੇ ਆਪਣੇ ਵੱਲੋਂ ਵੀ ਪ੍ਰਿਥੀ ਚੰਦ ਨੂੰ ਆਖੇ ਹਨ। ਬੀਤੀ ਗਈ ਸੋ ਜਾਣ ਦਿਓ ਸੁਧਤਾ ਅਗਵਾਈ। ਭਾਈ ਗੁਰਦਾਸ ਜੀ ਕਹਿੰਦੇ ਨੇ ਪ੍ਰਿਥੀ ਚੰਦ ਜੀ ਜੋ ਬਤੀਤ ਹੋ ਗਿਆ ਸੋ ਬਤੀਤ ਹੋ ਗਿਆ, ਜਿਹੜਾ ਸਮਾਂ ਲੰਘ ਗਿਆ ਸੋ ਲੰਘ ਗਿਆ ਹੈ, ਪਰ ਘੱਟੋ ਘੱਟ ਹੁਣ ਅੱਗੇ ਤੋਂ ਤੁਸੀਂ ਜਿਹੜੀ ਸਫਾਈ ਹੈ ਨਾ ਉਹਦੇ ਵਿੱਚ ਰਹੋ। ਭਾਵ ਮਨ ਦਾ ਜਿਹੜਾ ਛਲ ਕਪਟ ਉਹਦਾ ਤਿਆਗ ਕਰਕੇ ਆਪਣੇ ਮਨ ਨੂੰ ਸਰਲ ਕਰਕੇ ਅੱਗੇ ਤੋਂ ਵਿਚਰਨਾ ਕਰੋ। ਮਿਲਹੁ ਸਕਲ ਨਿਜ ਸਦਨ ਮੈਂ ਕਰ ਲੀਜਹਿ ਮੇਲਾ। ਤੁਸੀਂ ਆਪਣੇ ਘਰ ਵਿੱਚ ਜਾ ਕੇ ਸਾਰਿਆਂ ਨੂੰ ਮਿਲੋ, ਆਪਣੇ ਪਰਿਵਾਰ ਨਾਲ ਮੇਲ ਕਰ ਲਵੋ। ਆਨ ਪਰ ਹੈ ਬਿਪਤਾ ਬਹੁਤ ਫਿਰ ਫੁਟੇ ਅਕੇਲਾ। ਸੋ ਜਦੋਂ ਬੰਦਾ ਇਕੱਲਾ ਹੋ ਜਾਂਦਾ ਨਾ ਉਦੋਂ ਫਿਰ ਉਹਦੇ ਤੇ ਕਈ ਪ੍ਰਕਾਰ ਦੀਆਂ ਬਿਪਤਾਂ ਪੈ ਜਾਂਦੀਆਂ, ਸੰਕਟ ਪੈ ਜਾਂਦੇ ਹਨ। ਲਿਹੋ ਦਰਬ ਸਭ ਵਸਤ ਕੋ ਮਾਲਿਕ ਤੁਮ ਹੋਏ। ਤੁਸੀਂ ਸਾਰੀਆਂ ਵਸਤੂਆਂ ਲੈ ਲਓ ਗੁਰੂ ਘਰ ਵਿੱਚੋਂ, ਪਦਾਰਥ ਚਾਹੀਦੇ ਨੇ, ਤੋਹਫੇ ਚਾਹੀਦੇ ਨੇ, ਧਨ ਚਾਹੀਦਾ, ਜੋ ਕੁਝ ਵੀ ਚਾਹੀਦਾ ਤੁਸੀਂ ਲੈ ਲਓ। ਤੁਸੀਂ ਸਾਰੀਆਂ ਚੀਜ਼ਾਂ ਦੇ ਅੱਜ ਤੋਂ ਬਾਅਦ ਮਾਲਕ ਹੋਏ। ਆਪਣੇ ਘਰ ਸੋ ਦੀਜੀਏ ਹਮ ਨਰਮ ਕਰੋਏ। ਇਸ ਤਰ੍ਹਾਂ ਤੁਸੀਂ ਆਪਣਾ ਜਿਹੜਾ ਕਰ ਹੈ ਨਾ ਉਹ ਸਾਨੂੰ ਦੇ ਦਿਓ ਤੇ ਅਸੀਂ ਨੀਵੀਂ ਥਾਂ ਤੇ ਖਲੋ ਗਏ ਆ। ਭਾਵ ਨਿਮਰਤਾ ਧਾਰ ਲਈ ਹੈ, ਤੁਸੀਂ ਵੱਡੇ ਅਸੀਂ ਛੋਟੇ ਹੋਏ।
ਜਬ ਸਭ ਕਹਿ ਗੁਰਦਾਸ ਜੀ ਗਾਥਾ ਸਮਝਾਈ। ਇਸ ਤਰ੍ਹਾਂ ਜਦੋਂ ਬਚਨ ਕਹਿ ਕੇ ਭਾਈ ਗੁਰਦਾਸ ਜੀ ਨੇ ਸਾਰੀ ਗੱਲ ਸਮਝਾਈ ਹੈ। ਸੁਨਤ ਕੋਪਿਓ ਪ੍ਰਿਥਿਆ ਅਧਿਕ ਜਗ ਭਇਓ ਚੜਾਈ। ਉਸੇ ਵਕਤ ਹੀ ਕਹਿੰਦੇ ਸੁਣ ਕੇ ਪ੍ਰਿਥੀ ਚੰਦ ਨਾਲ ਕ੍ਰੋਧ ਵਿੱਚ ਆ ਗਿਆ। ਉਹਨੇ ਆਪਣੀਆਂ ਭੌਹਾਂ ਆਪਣੇ ਪਰਪੱਟੇ ਚੜਾ ਲਏ ਹਨ। ਲਾਲ ਆਂਖ ਦਿਖਰਾਵ ਤੋ ਓਠਨ ਫਰਕਾਵੇ। ਕ੍ਰੋਧ ਦੇ ਨਾਲ ਭਰਿਆ ਹੋਇਆ ਅੱਖਾਂ ਲਾਲ ਕਰਕੇ ਭਾਈ ਗੁਰਦਾਸ ਜੀ ਨੂੰ ਵਿਖਾਉਣ ਲੱਗਾ ਤੇ ਕ੍ਰੋਧ ਵਿੱਚ ਆ ਕੇ ਉਹਦੇ ਹੋਂਠ ਜਿਹੜੇ ਭਾਵ ਬੁੱਲ ਵੀ ਫਰਕਣ ਲੱਗ ਪਏ ਹਨ। ਬੋਲ ਨ ਆਵਤ ਕ੍ਰੋਧ ਮੈਂ ਬਹੁ ਸਵਾਸ ਚੜਾਵੇ। ਇੰਨਾ ਜ਼ਿਆਦਾ ਕ੍ਰੋਧ ਆ ਗਿਆ ਕਿ ਉਹਨੂੰ ਬੋਲ ਹੀ ਕੋਈ ਨਹੀਂ ਸੀ ਆਉਂਦਾ ਵੀ ਮੈਂ ਬੋਲਾਂ ਕੀ। ਵੱਡੇ ਵੱਡੇ ਸਵਾਸ ਲੈਣ ਲੱਗ ਪਿਆ ਪ੍ਰਿਥੀ ਚੰਦ। ਲਗਿਓ ਨਿਕਾਸਨ ਗਰਬੋ ਗਹਿ ਪਾਕ ਕਠੋਰਾ। ਗੁਰੂ ਮਹਾਰਾਜ ਜੀ ਨੂੰ ਬੋਲ ਕਬੋਲ ਬੋਲਣ ਲੱਗ ਪਿਆ। ਕਠੋਰ ਤੋਂ ਕਠੋਰ ਬਚਨ ਕਹਿਣ ਲੱਗ ਪਿਆ ਹੈ। ਪੂਰਬ ਕਪਟ ਵਿਸਾਲ ਕਰ ਅਪਮਾਨ ਸੋ ਮੋਰਾ। ਭਾਈ ਗੁਰਦਾਸ ਜੀ ਤਾਂ ਪਹਿਲਾਂ ਕਹਿ ਕੇ ਆਏ ਸੀ, ਜਾਣਦੇ ਤਾਂ ਮਹਾਰਾਜ ਵੀ ਸਨ ਵੀ ਇਹਨੇ ਨਹੀਂ ਮੁੜਨਾ, ਇਹਦਾ ਸੁਭਾਅ ਹੀ ਏਦਾਂ ਪੱਥਰ ਵਰਗਾ ਕਠੋਰ ਹੈ, ਜਿੰਨਾ ਮਰਜ਼ੀ ਸਮਝਾ ਲਓ। ਪਰ ਗੁਰੂ ਸਾਹਿਬ ਜੀ ਸਰਲ ਸੁਭਾਅ ਸਿੱਧੇ ਸੁਭਾਅ ਵਾਲੇ ਨੇ ਤੇ ਇਸ ਕਰਕੇ ਮਹਾਰਾਜ ਨੇ ਬੇਨਤੀ ਕੀਤੀ ਸੀ ਵੱਡੇ ਭਰਾ ਨੂੰ ਤੇ ਭਾਈ ਗੁਰਦਾਸ ਜੀ ਗੱਲ ਕਹਿ ਆਏ ਸਨ, ਮਹਾਰਾਜ ਇਹਨੇ ਨਹੀਂ ਮੁੜਨਾ, ਵੀ ਤੁਸੀਂ ਭਲੇ ਵਾਲੇ ਵਚਨ ਕਹੋਗੇ ਇਹਨੇ ਬੁਰਾ ਹੀ ਬੋਲਣਾ ਹੈ। ਪ੍ਰਿਥੀ ਚੰਦ ਨੇ ਉਹੀ ਕੰਮ ਕਰ ਵਿਖਾਇਆ। ਆਖਣ ਲੱਗਾ ਕਿ ਪਹਿਲਾਂ ਮੇਰੇ ਨਾਲ ਛਲ ਕਰਕੇ ਕਪਟ ਕਰਕੇ ਤੇ ਸਾਰੇ ਲੋਕਾਂ ਦੇ ਵਿੱਚ ਤੁਸੀਂ ਮੇਰਾ ਅਨਾਦਰ ਕੀਤਾ ਹੈ। ਤੁਹਮਤ ਝੂਠ ਲਗਾਏ ਕੈ ਨਿੰਦਾ ਬਿਦਤਾਈ। ਤੁਸੀਂ ਮੇਰੇ ਤੇ ਝੂਠੀ ਤੋਹਮਤ ਲਾਈ ਕਿ ਮੈਂ ਹਰਗੋਬਿੰਦ ਮਹਾਰਾਜ ਜੀ ਨੂੰ ਜ਼ਹਿਰ ਦਿੱਤਾ ਤੇ ਲੋਕਾਂ ਦੇ ਵਿੱਚ ਤੁਸੀਂ ਮੇਰੀ ਨਿੰਦਿਆ ਕਰਾ ਦਿੱਤੀ ਹੈ। ਸਭ ਲੋਕਨ ਕੇ ਪਾਸ ਤੇ ਬਹੁ ਗਾਰ ਦਿਵਾਈ। ਇਹ ਜਿਹੜੀ ਝੂਠੀ ਤੋਹਮਤ ਲਾ ਕੇ ਨਾ ਤੇ ਸਾਰੇ ਲੋਕਾਂ ਕੋਲੋਂ ਤੁਸੀਂ ਮੈਨੂੰ ਗਾਲਾਂ ਕਢਵਾਈਆਂ ਹਨ। ਅਬਹਿ ਮਨਾਵਨ ਕੋ ਪਠਿਓ ਛਲ ਔਰ ਉਠਾਵਾ। ਤੇ ਹੁਣ ਇਹ ਨਵਾਂ ਛਲ ਤੁਸੀਂ ਧਾਰਨ ਕਰ ਲਿਆ ਕਿ ਗੁਰਦਾਸ ਜੀ ਤੁਹਾਨੂੰ ਇੱਥੇ ਮੈਨੂੰ ਮਨਾਉਣ ਵਾਸਤੇ ਤੁਹਾਨੂੰ ਇੱਥੇ ਭੇਜ ਦਿੱਤਾ। ਇਹ ਤੁਸੀਂ ਨਵੀਂ ਚਾਲ ਚੱਲ ਲਈ ਹੈ। ਪ੍ਰਥਮ ਨਿਕਾਸਿਓ ਪੁਰੀ ਤੇ ਉਤਸ਼ਾਹ ਵਧਾਵਾ। ਪਹਿਲਾਂ ਤਾਂ ਅੰਦਰ ਉਤਸ਼ਾਹ ਵਧਾ ਕੇ ਤੇ ਮੈਨੂੰ ਅੰਮ੍ਰਿਤਸਰ ਸਾਹਿਬ ਵਿੱਚੋਂ ਬਾਹਰ ਕੱਢ ਦਿੱਤਾ ਹੈ। ਅਵਲੋ ਤੁਮਕੋ ਨਹਿ ਲਗੀ ਬਾਯੂ ਕੁਛ ਤਾਤੀ। ਅਸਲ ਵਿੱਚ ਅਜੇ ਤੱਕ ਨਾ ਤੁਹਾਨੂੰ ਕੋਈ ਤੱਤੀ ਬਾਹ ਨਹੀਂ ਲੱਗੀ, ਤੁਹਾਨੂੰ ਕੋਈ ਦੁੱਖ ਨਹੀਂ ਮਿਲਿਆ। ਗਰਬਤ ਬੈਠਿਓ ਸਦਨ ਮੈਂ ਕਰ ਸੀਤਲ ਛਾਤੀ। ਮੇਰਾ ਛੋਟਾ ਭਰਾ ਹਿਰਦੇ ਵਿੱਚ ਹੰਕਾਰ ਧਾਰਨ ਕਰਕੇ ਹੰਕਾਰੀ ਹੋ ਕੇ ਆਪਣਾ ਹਿਰਦਾ ਸ਼ਾਂਤ ਕਰਕੇ ਆਪਣੇ ਘਰ ਵਿੱਚ ਬੈਠਾ ਹੈ। ਪ੍ਰਿਥਿਆ ਅਨਾਦਰ ਪ੍ਰਿਥਿਆ ਸੁਲਹੀ ਮਿਲ ਬੀਜੰ। ਆਖਣ ਲੱਗਾ ਵੀ ਜਿਹੜਾ ਪ੍ਰਿਥੀ ਚੰਦ ਦਾ ਅਨਾਦਰ ਹੈ ਨਾ, ਇਹ ਅਨਾਦਰ ਧਰਤੀ ਹੈ। ਯਾਨੀ ਕਿ ਤੁਸੀਂ ਪ੍ਰਿਥੀ ਚੰਦ ਦਾ ਜਿਹੜਾ ਅਨਾਦਰ ਕੀਤਾ ਇਹ ਅਨਾਦਰ ਧਰਤੀ ਦੇ ਵਾਂਗੂ ਹੈ ਤੇ ਪ੍ਰਿਥੀ ਚੰਦ ਦਾ ਜਿਹੜਾ ਸੁਲਹੀ ਖਾਂ ਨੂੰ ਮਿਲਣਾ ਇਹ ਬੀਜ ਦੇ ਵਾਂਗੂ ਹੈ। ਲਗਿਓ ਜੋ ਤਾਲ ਪ੍ਰਤਾਪ ਪਾ ਇਹ ਸੀਚਨ ਕੀ ਜੰਗ। ਇਸੇ ਪ੍ਰਕਾਰ ਕਹਿੰਦੇ ਜਿਹੜਾ ਇਹ ਤਲਾਬ ਮੈਂ ਲਾਇਆ ਨਾ ਹੇਹਰ ਨਗਰ ਵਿੱਚ, ਜਿਹੜਾ ਮੈਂ ਸਰੋਵਰ ਬਣਾਇਆ, ਮੰਨ ਲਓ ਵੀ ਇਹ ਮੇਰਾ ਪ੍ਰਤਾਪ ਪ੍ਰਗਟ ਹੋਇਆ ਹੈ। ਇਹੀ ਮੈਂ ਇਸ ਬੂਟੇ ਨੂੰ, ਇਸ ਬੀਜ ਨੂੰ ਮੈਂ ਸਿੰਚਣਾ ਕੀਤਾ ਹੈ। ਦਿੱਲੀ ਕੋ ਜਬ ਗਮਨ ਹੋਇ ਤਰਵਰ ਉਗਵੈ ਹੈ। ਜਦੋਂ ਮੈਂ ਦਿੱਲੀ ਜਾਵਾਂਗਾ ਤੇ ਫਿਰ ਇਹ ਜਿਹੜਾ ਦਰਖਤ ਹੌਲੀ ਹੌਲੀ ਪੈਦਾ ਹੋ ਜਾਵੇਗਾ। ਜਹਾਂਗੀਰ ਸੋ ਮੇਲ ਮਮ ਉੱਚੋ ਬਦ ਜੈ ਹੈ। ਤੇ ਜਦੋਂ ਜਹਾਂਗੀਰ ਦੇ ਨਾਲ ਮੇਰਾ ਮੇਲ ਹੋਵੇਗਾ ਤੇ ਮੇਰਾ ਲਾਇਆ ਹੋਇਆ ਇਹ ਦਰਖਤ ਵੱਧ ਜਾਏਗਾ। ਯਾਨੀ ਜਹਾਂਗੀਰ ਦੇ ਨਾਲ ਜਿਹੜਾ ਮੇਰਾ ਮੇਲ ਹੋਣਾ ਇਹੀ ਇਸ ਦਰਖਤ ਦਾ ਵਧਣਾ। ਇਹਦਾ ਭਾਵ ਵੀ ਉਹਨੇ ਗੱਲ ਜਿਹੜੀ ਰਮਜ ਵਿੱਚ ਆਖੀ ਹੈ ਵੀ ਮੇਰਾ ਅਨਾਦਰ ਕਰਨਾ ਜਿਹੜਾ ਇਹ ਧਰਤੀ ਹੈ, ਮੇਰਾ ਸੁਲਹੀ ਖਾਂ ਦੇ ਨਾਲ ਮੇਲ ਹੋਣਾ, ਮੰਨ ਲਓ ਵੀ ਇਹ ਬੀਜ ਦਿੱਤਾ ਗਿਆ। ਜਿਹੜਾ ਮੈਂ ਸਰੋਵਰ ਲਾਇਆ, ਮੰਨ ਲਓ ਵੀ ਇਸ ਬੀਜ ਨੂੰ ਮੈਂ ਪਾਣੀ ਲਾਇਆ। ਇਸੇ ਤਰ੍ਹਾਂ ਜਿਹੜਾ ਕਹਿੰਦੇ ਮੇਰਾ ਜਹਾਂਗੀਰ ਦੇ ਨਾਲ ਮੇਲ ਹੋਵੇਗਾ ਤੇ ਮੰਨ ਲਵੋ ਕਿ ਉਹ ਦਰਖਤ ਦਾ ਵਧਣਾ ਹੈ ਵੀ ਉਹ ਦਰਖਤ ਹੋਰ ਜ਼ਿਆਦਾ ਉੱਚਾ ਹੋ ਜਾਵੇਗਾ। ਜਦ ਮੈਂ ਕਰੂੰ ਪੁਕਾਰ ਤਿਸ ਕੁਸ ਮਨ ਜਤ ਫੂਲੇ। ਜਦੋਂ ਜਹਾਂਗੀਰ ਦੇ ਕੋਲ ਜਾ ਕੇ ਮੈਂ ਪੁਕਾਰ ਕਰਾਂਗਾ, ਜਿਵੇਂ ਦਰਖਤ ਦੇ ਉੱਤੇ ਫੁੱਲ ਫਲ ਪੱਤੇ ਆਦਿਕ ਲੱਗਦੇ ਨੇ, ਤੇ ਮੰਨ ਲਓ ਵੀ ਇਹ ਜਿਹੜਾ ਦਰਖਤ ਨਾ ਫਿਰ ਫੁੱਲਾਂ ਦੇ ਸਹਿਤ ਪ੍ਰਫੁੱਲਤ ਹੋ ਜਾਵੇਗਾ। ਰਸੈ ਸ਼ਾਹੇ ਬੜ ਗੰਧ ਹੋਏ ਮਮ ਪਖੇ ਸੋ ਚੋਲੇ। ਜਦੋਂ ਜਹਾਂਗੀਰ ਫਿਰ ਕ੍ਰੋਧ ਵਿੱਚ ਆ ਜਾਏਗਾ ਤੇ ਮੰਨ ਲਓ ਕਿ ਇਹਦੇ ਵਿੱਚੋਂ ਫਿਰ ਉਹ ਸੁਗੰਧੀ ਨਿਕਲੇਗੀ। ਜਿਵੇਂ ਹਵਾ ਚੱਲਦੀ ਹੈ ਨਾ
ਤੇ ਹਵਾ ਚੱਲਣ ਨਾਲ ਦਰਖਤਾਂ ਤੇ ਲੱਗੇ ਫੁੱਲਾਂ ਵਿੱਚੋਂ ਸੁਗੰਧੀ ਨਿਕਲਦੀ ਹੈ। ਇਸੇ ਤਰ੍ਹਾਂ ਜਦੋਂ ਕ੍ਰੋਧ ਵਿੱਚ ਆਏਗਾ, ਜਹਾਂਗੀਰ ਗੁਰੂ ਅਰਜਨ ਦੇਵ ਸਾਹਿਬ ਦੇ ਪ੍ਰਤੀ ਗੁੱਸੇ ਵਿੱਚ ਆਵੇਗਾ, ਮੰਨ ਲਓ ਕਿ ਇਹ ਜਿਹੜੀ ਮੇਰੇ ਪੱਖ ਦੀ ਹੁਣ ਹਵਾ ਚੱਲ ਕੇ ਸੁਗੰਧੀ ਉੱਡੇਗੀ। ਅਰਜਨ ਕੋ ਮੰਗਵਾਏ ਗਏ ਫਲ ਲਾਗਹਿ ਭਾਰੂ। ਜਦੋਂ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰਕੇ ਮੈਂ ਦਿੱਲੀ ਮੰਗਵਾ ਲਵਾਂਗਾ, ਇਹ ਜਿਹੜਾ ਭਾਰੀ ਫਲ ਇਸ ਦਰਖਤ ਦੇ ਉੱਤੇ ਲੱਗੇਗਾ। ਮੈਂ ਗੁਰਤਾ ਤਬ ਲੈ ਹੋ ਇਹ ਪਾਕਹਿ ਚਾਰੂ। ਤੇ ਜਦੋਂ ਮੈਂ ਗੁਰਤਾ ਗੱਦੀ ਦੀ ਪ੍ਰਾਪਤੀ ਕਰਾਂਗਾ ਤੇ ਇਹ ਜਿਹੜਾ ਸੋਹਣਾ ਤੇ ਪੱਕਾ ਫਲ ਕਹਿੰਦੇ ਇਸ ਦਰਖਤ ਦੇ ਉੱਤੇ ਪੱਕ ਜਾਏਗਾ। ਚਹੁ ਦਿਸ਼ ਕੀ ਸੰਗਤ ਮਹਾ ਅਰਪੈ ਤਨ ਆਈ। ਜਦੋਂ ਗੁਰੂ ਬਣ ਜਾਵਾਂਗਾ ਤੇ ਚਾਰ ਚੁਫੇਰੇ ਦੀਆਂ ਸੰਗਤਾਂ ਆ ਕੇ ਮੈਨੂੰ ਧਨ ਮਾਇਆ ਅਰਪਣ ਕਰਨਗੀਆਂ। ਪਸਰੈ ਜਸ ਸਭ ਜਗਤ ਮੈਂ ਹੋਏ ਬੜ ਬੜ ਆਈ। ਇਸ ਤਰ੍ਹਾਂ ਸਾਰੇ ਜਗਤ ਵਿੱਚ ਮੇਰਾ ਜਸ ਪਸਰ ਜਾਏਗਾ, ਹਰ ਪਾਸੇ ਮੇਰੀ ਵੱਡੀ ਵਡਿਆਈ ਹੋਵੇਗੀ। ਇਹ ਫਲ ਲੈ ਬਹਿਤ ਮੈਂ ਕਰ ਰਹੇ ਉਪਾਉ। ਇਹੀ ਫਲ ਪ੍ਰਾਪਤ ਕਰਨ ਵਾਸਤੇ ਮੈਂ ਇਹ ਭਾਰੀ ਉਪਾਅ ਕਰਦਾ ਰਿਹਾ ਹਾਂ। ਤਬ ਜਾਣੋਗੇ ਤੁਮ ਹਿਰਦੈ ਜਬ ਮੈਂ ਕਰ ਪਾਉ। ਪ੍ਰਿਥੀ ਚੰਦ ਕਹਿੰਦਾ ਕਿ ਜਦੋਂ ਇਹ ਫਲ ਮੈਂ ਆਪਣੇ ਹੱਥ ਵਿੱਚ ਪ੍ਰਾਪਤ ਕਰ ਲਵਾਂਗਾ, ਤੁਹਾਨੂੰ ਤਾਂ ਉਦੋਂ ਹੀ ਪਤਾ ਲੱਗਣਾ ਹੈ। ਹੁਣ ਤਾਂ ਤੁਸੀਂ ਆਪਣੇ ਅਭਿਮਾਨ ਵਿੱਚ ਬੈਠੇ ਹੋਏ ਹੋ ਵੀ ਚਲੋ ਕਿਹੜਾ ਕੁਝ ਹੋਣਾ ਹੈ, ਪਰ ਤੁਹਾਨੂੰ ਨਹੀਂ ਪਤਾ ਕਿ ਮੈਂ ਬਹੁਤ ਕੁਝ ਕਰਾਂਗਾ ਤੇ ਜਦੋਂ ਸਾਰਾ ਕੁਝ ਮੇਰੇ ਹੱਥ ਵਿੱਚ ਆ ਜਾਏਗਾ ਉਦੋਂ ਤੁਹਾਨੂੰ ਪਤਾ ਲੱਗੇਗਾ। ਅਬ ਤੇ ਹੀ ਲਾਗਿਓ ਡਰਨ ਸੰਗ ਮਿਲਿਓ ਨਾ ਸ਼ਾਹੂ। ਅਜੇ ਤਾਂ ਮੈਂ ਜਹਾਂਗੀਰ ਨੂੰ ਮਿਲਿਆ ਹੀ ਨਹੀਂ, ਘਰੋਂ ਹੀ ਨਿਕਲਿਆ ਤੇ ਮੇਰਾ ਛੋਟਾ ਭਰਾ ਤਾਂ ਹੁਣੇ ਹੀ ਡਰਨ ਲੱਗ ਪਿਆ ਹੈ। ਮਿਟੈ ਬਾਤ ਮੈਂ ਗੁਰ ਰਹੋ ਜਾਂ ਤੇ ਪਠ ਪਾਹੂ। ਉਹਨੇ ਇਸ ਕਰਕੇ ਤੈਨੂੰ ਮੇਰੇ ਪਾਸ ਭੇਜਿਆ ਵੀ ਮੈਂ ਗੁਰੂ ਬਣਿਆ ਰਹਾ ਤੇ ਝਗੜਾ ਸਾਰਾ ਨਿਬੜ ਜਾਏ, ਇਸ ਵਾਸਤੇ ਤੂੰ ਇੱਥੇ ਚੱਲ ਕੇ ਆਇਆ ਹੈ। ਏਵ ਨਹੀਂ ਕੁਛ ਲੇਵੋ ਛਲ ਤੁਮਨੇ ਠਾਨਾ। ਆਖਦਾ ਇਦਾਂ ਨਹੀਂ ਮੈਂ ਕੁਝ ਲੈਣਾ ਤੁਹਾਡੇ ਕੋਲੋਂ, ਕਿਉਂਕਿ ਮੇਰੇ ਭਰਾ ਨੇ ਮੇਰੇ ਨਾਲ ਬਹੁਤ ਭਾਰੀ ਵੱਡਾ ਛਲ ਕੀਤਾ ਹੈ। ਸੰਕਟ ਭੋਗਹਿਗੇ ਬੜੋ ਤਬ ਮੈਂ ਸੁਖ ਮਾਨਾ। ਜਦੋਂ ਮੇਰਾ ਭਰਾ ਭਾਰੀ ਸੰਕਟ ਭੋਗੇਗਾ ਨਾ, ਮੈਨੂੰ ਉਦੋਂ ਸੁਖ ਦੀ ਪ੍ਰਾਪਤੀ ਹੋਵੇਗੀ। ਬਿਨਾ ਦੀਏ ਤੁਮ ਕਸ਼ਟ ਕੋ ਪੈ ਹੋ ਜਗ ਰਾਜੂ। ਆਖਦਾ ਹੈ ਕਿ ਬਿਨਾਂ ਕਿਸੇ ਪ੍ਰਕਾਰ ਦੇ ਕਸ਼ਟ ਪ੍ਰਾਪਤ ਕਰਨ ਤੋਂ ਮੈਂ ਜਗਤ ਦਾ ਰਾਜ ਭਾਗ ਪ੍ਰਾਪਤ ਕਰ ਲਵਾਂਗਾ। ਹੋਏ ਨਾ ਮੋਹਿ ਪ੍ਰਸੰਨਤਾ ਸੋ ਨਹਿ ਕਿਛ ਕਾਜੂ। ਸੋ ਇਸੇ ਪ੍ਰਕਾਰ ਮੈਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਹੋਵੇਗਾ। ਤੇ ਜੇਕਰ ਹੁਣ ਮੈਂ ਗੁਰੂ ਅਰਜਨ ਦੇਵ ਜੀ ਦੇ ਬਚਨ ਮੰਨ ਕੇ ਅੰਮ੍ਰਿਤਸਰ ਸਾਹਿਬ ਚਲਾ ਜਾਵਾਂਗਾ, ਇਹਦੇ ਨਾਲ ਨਾ ਤਾਂ ਮੈਨੂੰ ਕੋਈ ਪ੍ਰਸੰਨਤਾ ਹੋਣੀ ਹੈ ਤੇ ਨਾ ਹੀ ਕੋਈ ਕਾਰਜ ਹੋਣਾ ਹੈ, ਤੇ ਨਾ ਹੀ ਮੈਨੂੰ ਆਪਣੇ ਛੋਟੇ ਭਰਾ ਦੇ ਨਾਲ ਕੋਈ ਕੰਮ ਹੈ। ਜਤਨ ਜੇ ਕਰੋਗੇ ਨਾ ਮਿਟੇ ਉਪਾਦਾ। ਹੁਣ ਭਾਵੇਂ ਜੇ ਤੁਸੀਂ ਕਰੋੜਾਂ ਵੀ ਯਤਨ ਕਰੋਗੇ ਨਾ, ਪਰ ਇਹ ਜਿਹੜਾ ਉਪਾਦ ਕਦੇ ਵੀ ਮਿਟੇਗਾ ਨਹੀਂ। ਇਹ ਲੜਾਈ ਝਗੜਾ ਇਹ ਉਪਦਰਵ ਕਦੇ ਖਤਮ ਨਹੀਂ ਹੋਵੇਗਾ। ਗੁਰਤਾ ਲੇਹੂ ਪਰੰਤ ਸੁਨ ਦੇ ਅਰਜਨ ਬਾਦਾ। ਆਖਣ ਲੱਗਾ ਭਾਈ ਗੁਰਦਾਸ ਜੀ ਮੈਂ ਨਿਸ਼ਚੇ ਨਾਲ ਗੁਰਤਾ ਗੱਦੀ ਦੀ ਪ੍ਰਾਪਤੀ ਕਰਾਂਗਾ, ਪਰ ਸੁਣ ਇਹ ਕੱਲੀ ਗੱਦੀ ਪ੍ਰਾਪਤ ਨਹੀਂ ਕਰਾਂਗਾ। ਗੱਦੀ ਲੈਣ ਵੇਲੇ ਮੈਂ ਆਪਣੇ ਛੋਟੇ ਭਰਾ ਨੂੰ ਬਹੁਤ ਭਾਰੀ ਪੀੜਾ ਬੜਾ ਦੁੱਖ ਦੇਵਾਂਗਾ। ਸੁਣ ਕੇ ਪੁਨ ਗੁਰਦਾਸ ਨੇ ਕਰ ਜੋਰ ਬਖਾਨਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਦੋਂ ਪ੍ਰਿਥੀ ਚੰਦ ਦੇ ਕੌੜੇ ਬਚਨ ਸੁਣੇ, ਉਹਨਾਂ ਫਿਰ ਹੱਥ ਜੋੜ ਲਏ ਤੇ ਬੜੀ ਨਿਮਰਤਾ ਦੇ ਵਿੱਚ ਆ ਕੇ ਭਾਈ ਸਾਹਿਬ ਜੀ ਫਿਰ ਬੇਨਤੀ ਕਰਦੇ ਹਨ। ਰਾਮਦਾਸ ਗੁਰ ਏਕ ਕੇ ਨੰਦਨ ਮਤਵਾਨਾ। ਆਖਣ ਲੱਗੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਤੁਸੀਂ ਪੁੱਤਰ ਹੋ ਤੇ ਬੜੇ ਮਤਵਾਨ ਸੂਝਵਾਨ ਬੁੱਧੀਵਾਨ ਹੋ। ਤੀਨੋਂ ਭਰਾਤਾ ਮਿਲੋ ਅਬ ਸੁਖ ਸਭ ਹੀ ਲੈ ਹੋ। ਭਾਈ ਸਾਹਿਬ ਕਹਿੰਦੇ ਤੁਸੀਂ ਤਿੰਨੇ ਭਰਾ ਆਪਸ ਵਿੱਚ ਮਿਲ ਜਾਓ ਤੇ ਸੁਖ ਦੇ ਨਾਲ ਤੁਸੀਂ ਵਸਣਾ ਕਰੋ। ਨਹੀਂ ਪਦਾਰਥ ਕੀ ਕਮੀ ਰਲ ਮਿਲ ਕੇ ਖੈ ਹੋ। ਗੁਰੂ ਘਰ ਦੇ ਵਿੱਚ ਕਿਸੇ ਪਦਾਰਥ ਦੀ ਕਮੀ ਥੋੜਾ ਹੈ ਤੇ ਤੁਸੀਂ ਆਪਸ ਵਿੱਚ ਰਲ ਮਿਲ ਕੇ ਤੇ ਉਹ ਪਦਾਰਥ ਛਕ ਲਵੋ। ਤੀਨੋਂ ਮਹਿ ਕੇ ਕਸ਼ਟ ਹੋਏ ਸਭ ਹੋਏ ਦੁਖਾਰੇ। ਜੇ ਤਿੰਨਾਂ ਵਿੱਚੋਂ ਇੱਕ ਵੀ ਕਿਸੇ ਨੂੰ ਕਸ਼ਟ ਦੀ ਪ੍ਰਾਪਤੀ ਹੋਵੇਗੀ, ਇਹਦੇ ਨਾਲ ਸਾਰੇ ਦੁਖੀ ਹੋਵਣਗੇ। ਪ੍ਰਾਤ ਬਨੇ ਕੋ ਮੋਹ ਤਬ ਬਿਦਧਾਏ ਤੁਮਾਰੇ। ਇਹਦੇ ਨਾਲ ਜਿਹੜਾ ਪ੍ਰਾਤ ਭਣੇ ਦਾ ਆਪਸੀ ਪ੍ਰੇਮ ਹੁੰਦਾ ਨਾ, ਭਾਵ ਭਰਾਵਾਂ ਦਾ ਆਪਸੀ ਪ੍ਰੇਮ ਹੁੰਦਾ, ਉਹ ਵੀ ਨਸ਼ਟ ਹੋ ਜਾਂਦਾ ਹੈ। ਜਾਣਦੇ ਹੋ ਰਿਸ ਪਾਸ਼ਲੀ ਜਿਮ ਕਿਸ ਬਿਦ ਹੋਈ। ਪਿਛਲਾ ਤੁਸੀਂ ਕ੍ਰੋਧ ਛੱਡ ਦਿਓ, ਪਿੱਛੇ ਜੋ ਕੁਝ ਵੀ ਹੋਇਆ ਉਹਨੂੰ ਜਾਣਦੇ ਹੋ, ਕਿਉਂਕਿ ਜਿਹੜਾ ਸਮਾਂ ਨਿਕਲ ਚੁੱਕਾ ਹੈ ਉਹਨੇ ਹੁਣ ਵਾਪਸ ਨਹੀਂ ਆਉਣਾ। ਪਿਛਲੀ ਕੀਤੀ ਭੁੱਲ ਜਾਓ।
ਉਹ ਜਾਣੇ ਕਿਨ ਬੁਰਾ ਕਿਐ ਪਰ ਹਿਰੈ ਸੋਈ। ਕੌਣ ਜਾਣਦਾ ਹੈ ਕਿਹਨੇ ਬੁਰਾ ਕੀਤਾ ਹੈ? ਇਹ ਤਾਂ ਪਰਮੇਸ਼ਰ ਜਾਣੇ ਵੀ ਪਿੱਛੇ ਕੀ ਹੋਇਆ, ਨਾ ਤੁਹਾਨੂੰ ਪਤਾ ਹੈ ਨਾ ਕਿਸੇ ਹੋਰ ਨੂੰ ਪਤਾ ਹੈ। ਇਸ ਵਾਸਤੇ ਜੋ ਹੋਇਆ ਉਹਨੂੰ ਛੱਡ ਦਿਓ। ਚਲੋ ਆਪ ਹੋਏ ਸਰਲ ਔਰ ਨਿਜ ਪੁਰੀ ਬਸੀਜੈ। ਭਾਈ ਗੁਰਦਾਸ ਜੀ ਕਹਿੰਦੇ ਆਪ ਜੀ ਸਰਲ ਸੁਭਾਅ ਹੋ ਕੇ ਨਾ ਗੁੱਸਾ ਛਲ ਆਦਿਕ ਛੱਡ ਕੇ ਗੁਰੂ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਚੱਲਣਾ ਕਰੋ। ਮਿਲਦੇ ਹੋ ਦਰਸ਼ਨ ਸੰਗਤਾਂ ਭੇਟਾਂ ਗਨ ਲੀਜੈ। ਚੱਲ ਕੇ ਸੰਗਤਾਂ ਨੂੰ ਦਰਸ਼ਨ ਦਿਦਾਰ ਦਿਓ ਤੇ ਜਾ ਕੇ ਸੰਗਤਾਂ ਕੋਲੋਂ ਭੇਟਾਵਾਂ ਦੀ ਪ੍ਰਾਪਤੀ ਕਰ ਲਵੋ। ਸ਼੍ਰੀ ਅਰਜਨ ਨਿਤ ਨਮਰ ਹੈ ਚਲ ਝੂਠ ਬਹੀਨਾ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਤਾਂ ਨੇਤੀ ਨਿਮਰਤਾ ਵਿੱਚ ਰਹਿੰਦੇ ਨੇ, ਨਾ ਉਹਨਾਂ ਦੇ ਵਿੱਚ ਕੋਈ ਛਲ ਹੈ ਨਾ ਕੋਈ ਕਪਟ ਹੈ। ਦਇਆ ਛਿਮਾ ਜੁਤ ਗਿਆਨ ਨਿਤ ਸਭ ਗੁਣਨ ਪ੍ਰਬੀਨਾ। ਗੁਰੂ ਅਰਜਨ ਦੇਵ ਜੀ ਮਹਾਰਾਜ ਦਇਆ ਦੇ ਸਮੁੰਦਰ ਨੇ, ਛਿਮਾ ਦੇ ਘਰ ਨੇ, ਗਿਆਨ ਦੇ ਖਜ਼ਾਨੇ ਨੇ, ਸਾਰੇ ਗੁਣਾਂ ਦੇ ਵਿੱਚ ਪ੍ਰਪੱਕ ਤੇ ਬੜੇ ਸੂਝਵਾਨ ਹਨ। ਸੁਨ ਜਸ ਕੋ ਪ੍ਰਿਖਿਆ ਜਰਿਓ ਬਚ ਉੱਚੇ ਭਾਖਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਸ ਸੁਣ ਕੇ ਪ੍ਰਿਥੀ ਚੰਦ ਸੜ ਬਲ ਗਿਆ, ਉੱਚੀ ਆਵਾਜ਼ ਦੇ ਵਿੱਚ ਬੋਲਣ ਲੱਗਾ ਹੈ। ਚਲਿਓ ਜਾਹੋ ਬੋਲੋ ਨਹੀਂ ਮੈਂ ਆਦਰ ਰਾਖਾ। ਆਖਣ ਲੱਗਾ ਇੱਥੋਂ ਚਲੇ ਜਾਓ, ਮੈਂ ਅਜੇ ਤੱਕ ਕੁਝ ਨਹੀਂ ਬੋਲਿਆ। ਤੁਸੀਂ ਮੇਰੇ ਮਾਮਾ ਹੋ, ਮੈਂ ਤੁਹਾਡਾ ਆਦਰ ਸਤਕਾਰ ਰੱਖਿਆ ਹੈ। ਨਤ ਐਸੀ ਕਰਵਾਏ ਹੋ ਜਰ ਤੇ ਕੋ ਜਾਰੈ। ਨਹੀਂ ਤਾਂ ਮੈਂ ਇਹੋ ਜਿਹਾ ਤੁਹਾਡੇ ਨਾਲ ਵਰਤਾਰਾ ਵਰਤਾਵਾਂਗਾ, ਇਹੋ ਜੀ ਸਜ਼ਾ ਤੁਹਾਨੂੰ ਦਿਆਂਗਾ। ਸੜਦੇ ਨੂੰ ਤੁਸੀਂ ਮੈਨੂੰ ਸਾੜਦੇ ਹੋ ਤੇ ਉਹਦੀ ਸਜ਼ਾ ਮੈਂ ਤੁਹਾਨੂੰ ਦਿਆਂਗਾ। ਭਰਿਓ ਖੁਟਾਈ ਸੋ ਸਦਾ ਸ਼ੁਭਸ਼ੀਲ ਉਚਾਰੈ। ਤੇ ਜਿਹੜਾ ਮੇਰਾ ਭਰਾ ਖੋਟੀ ਚਾਲ ਦੇ ਨਾਲ ਅੰਦਰੋਂ ਭਰਿਆ ਹੋਇਆ, ਗੁਰੂ ਸਾਹਿਬ ਜੀ ਦੇ ਪ੍ਰਤੀ ਇੰਨੀ ਨਫ਼ਰਤ ਸੀ ਪ੍ਰਿਥੀ ਚੰਦ ਦੇ ਮਨ ਵਿੱਚ। ਆਖਣ ਲੱਗਾ ਕਿ ਮੇਰਾ ਭਰਾ ਜੋ ਖੁਟਾਈ ਦੇ ਨਾਲ ਭਰਿਆ ਹੋਇਆ ਤੇ ਤੂੰ ਆ ਕੇ ਕਹਿੰਦਾ ਵੀ ਉਹਦਾ ਸੁਭਾਅ ਸ਼ਾਂਤੀ ਵਾਲਾ, ਬੜੀ ਨਿਮਰਤਾ ਵਾਲਾ ਹੈ। ਸ਼ਤਰੂ ਮਹਾ ਮੇਰੋ ਬਨਿਓ ਸੁਤ ਜਤ ਕਉ ਮਾਰੋ। ਮੇਰਾ ਭਰਾ ਹੀ ਮੇਰਾ ਸਭ ਤੋਂ ਵੱਡਾ ਦੁਸ਼ਮਣ ਬਣਿਆ ਹੋਇਆ, ਹੁਣ ਮੈਂ ਉਹਨੂੰ ਪੁੱਤਰ ਦੇ ਸਮੇਤ ਮਰਵਾ ਦਿਆਂਗਾ। ਗੁਰਤਾ ਲੈ ਕੇ ਬਹੁਰ ਮੈਂ ਪ੍ਰਸੰਨਤਾ ਧਾਰੋ। ਇਸ ਤਰ੍ਹਾਂ ਗੁਰਤਾ ਗਤੀ ਦੀ ਪ੍ਰਾਪਤੀ ਕਰਕੇ ਫਿਰ ਮੈਂ ਪ੍ਰਸੰਨ ਹੋਵਾਂਗਾ। ਓਏ ਕਹੇ ਕਿਆ ਹੋਤ ਹੈ ਜਸ ਹੈ ਤਸ ਜਾਨੋ। ਤੇਰੇ ਕਹਿਣ ਦੇ ਨਾਲ ਕੀ ਹੋਵੇਗਾ, ਜੈਸਾ ਤੂੰ ਹੈ ਮੈਂ ਚੰਗੀ ਤਰ੍ਹਾਂ ਜਾਣਦਾ, ਤੇਰਾ ਸੁਭਾਅ ਕਿੱਦਾਂ ਦਾ ਹੈ। ਰਾਤ ਦਿਵਸ ਚਿੰਤਾ ਵਿਖੈ ਹਤ ਕੈ ਸੁਖ ਠਾਨੋ। ਮੈਂ ਦਿਨ ਰਾਤ ਚਿੰਤਾ ਦੇ ਵਿੱਚ ਰਹਿਣਾ, ਇੱਕ ਦਿਨ ਗੁਰੂ ਅਰਜਨ ਦੇਵ ਜੀ ਨੂੰ ਮਾਰ ਕੇ ਹੀ ਮੈਂ ਚਿੰਤਾ ਤੋਂ ਰਹਿਤ ਹੋਵਾਂਗਾ। ਇਸ ਤਰ੍ਹਾਂ ਪ੍ਰਿਥੀ ਚੰਦ ਨੇ ਭਾਈ ਗੁਰਦਾਸ ਜੀ ਨੂੰ ਕਬੂਲ ਬੋਲੇ ਹਨ। ਤਬ ਭਾਈ ਗੁਰਦਾਸ ਨੇ ਕਰ ਕ੍ਰੋਧ ਬਖਾਨਿਓ। ਜਦੋਂ ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਨਿੰਦਿਆ ਸੁਣੀ ਤੇ ਭਾਈ ਸਾਹਿਬ ਦੇ ਮਨ ਦੇ ਅੰਦਰ ਬੜਾ ਕ੍ਰੋਧ ਆਇਆ ਹੈ। ਸ੍ਰੀ ਅਰਜਨ ਰਬ ਜਗ ਦੇਖਤ ਖਲ ਪਿਚਕ ਨਾ ਜਾਣਿਓ। ਭਾਈ ਗੁਰਦਾਸ ਜੀ ਕਹਿਣ ਲੱਗੇ ਪ੍ਰਿਥੀ ਚੰਦ, ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸੂਰਜ ਦੀ ਨਿਆਈ ਨੇ ਤੇ ਤੇਰੇ ਵਰਗੇ ਲੋਕ ਜਿਹੜੇ ਮੂਰਖ ਉੱਲੂ ਦੀ ਨਿਆਈ ਹਨ। ਸੰਤ ਧਾਮ ਰਸ ਬਿਕਸਤੇ ਸਭ ਨਰ ਸੁਖ ਪਾਵੈ। ਜਦੋਂ ਸੂਰਜ ਨੂੰ ਉੱਲੂ ਵੇਖਦਾ ਨਾ ਤੇ ਅੰਨਾ ਹੋ ਜਾਂਦਾ ਹੈ। ਅਸਲ ਵਿੱਚ ਤੂੰ ਵੀ ਮੂਰਖ ਹੈ ਤੇ ਉੱਲੂ ਦੇ ਵਾਂਗੂ ਹੈ। ਗੁਰੂ ਸਾਹਿਬ ਦੀ ਸ਼ੋਭਾ ਵੇਖ ਕੇ ਨਾ ਤੂੰ ਵੀ ਅੰਨਾ ਹੋ ਗਿਆ। ਤੇ ਇਸ ਪ੍ਰਕਾਰ ਜਿਹੜੇ ਸੰਤ ਜਨ ਨੇ, ਸੰਤ ਕਵਲ ਦੇ ਵਾਂਗੂ ਨੇ। ਜੈਸੇ ਸੂਰਜ ਨੂੰ ਵੇਖ ਕੇ ਕਵਲ ਦਾ ਫੁੱਲ ਖਿੜ ਜਾਂਦਾ ਹੈ ਤੇ ਸੰਤ ਜਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਦੀਦਾਰ ਕਰਕੇ ਖਿੜ ਜਾਂਦੇ ਨੇ ਤੇ ਸੁੱਖਾਂ ਦੀ ਪ੍ਰਾਪਤੀ ਕਰਦੇ ਹਨ। ਤਸਕਰ ਨਿੰਦਕ ਦੁਖਤ ਕੈ ਨਹਿ ਸੋ ਘਟ ਜਾਵੇ। ਜਿਵੇਂ ਸੂਰਜ ਚੜ੍ਹਨ ਦੇ ਨਾਲ ਚੋਰ ਦੁਖੀ ਹੁੰਦੇ ਨੇ ਨਾ, ਕਿਉਂਕਿ ਚੋਰ ਨੇ ਹਨੇਰੇ 'ਚ ਚੋਰੀ ਕਰਨੀ ਹੁੰਦੀ ਹੈ। ਇਸੇ ਪ੍ਰਕਾਰ ਜਿਹੜੇ ਨਿੰਦਕ ਚੋਰਾਂ ਦੇ ਵਾਂਗੂ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਦੁਖੀ ਹੋ ਕਰਕੇ ਉਹ ਸਤਿਗੁਰਾਂ ਨੂੰ ਮਾੜਾ ਬੋਲਦੇ ਨੇ। ਪਰ ਭਾਈ ਗੁਰਦਾਸ ਜੀ ਕਹਿੰਦੇ ਤੁਹਾਡੇ ਵਰਗੇ ਖੋਟੇ ਮਨੁੱਖਾਂ ਦੇ ਦੁਆਰਾ ਗੁਰੂ ਸਾਹਿਬ ਜੀ ਦੀ ਨਿੰਦਿਆ ਕਰਨ ਦੇ ਨਾਲ ਗੁਰੂ ਸਾਹਿਬ ਦਾ ਕੁਝ ਘਟ ਨਹੀਂ ਜਾਣਾ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਸਾਰੇ ਜਾਣੇ ਮਿਲ ਕੇ ਉਹਨੂੰ ਵੱਡਾ ਆਖਣਗੇ ਤਾਂ ਕਿਸੇ ਬੰਦੇ ਦੇ ਕਹਿਣ ਨਾਲ ਵੱਡਾ ਨਹੀਂ ਹੋਵੇਗਾ, ਉਹਦੀ ਤਾਂ ਵਡਿਆਈ ਬੜੀ ਵੱਡੀ ਹੈ। ਤੇ ਜੇ ਸਾਰੇ ਮਿਲ ਕੇ ਉਹਨੂੰ ਨਿੰਦਣਗੇ, ਮਾੜਾ ਕਹਿਣਗੇ, ਛੋਟਾ ਕਹਿਣਗੇ, ਤੇ ਕਿਸੇ ਦੇ ਕਹਿਣ ਦੇ ਨਾਲ ਰੱਬ ਛੋਟਾ ਨਹੀਂ ਹੋ ਜਾਂਦਾ।
ਭਾਈ ਗੁਰਦਾਸ ਜੀ ਕਹਿੰਦੇ ਜੇ ਚੋਰ ਤੇ ਉੱਲੂ ਆਦਿਕ ਸੂਰਜ ਨੂੰ ਮਾੜਾ ਕਹਿਣਗੇ ਤੇ ਸੂਰਜ ਦਾ ਕਿਹੜਾ ਕੁਝ ਘਟ ਜਾਣਾ। ਇਸ ਤਰ੍ਹਾਂ ਜੇਕਰ ਕੋਈ ਗੁਰੂ ਸਾਹਿਬ ਦੀ ਨਿੰਦਿਆ ਵੀ ਕਰੇਗਾ ਤੇ ਗੁਰੂ ਸਾਹਿਬ ਜੀ ਦੀ ਨਿੰਦਿਆ ਕਰਨ ਦੇ ਨਾਲ ਗੁਰੂ ਦੀ ਸ਼ੋਭਾ ਕਿਹੜਾ ਘਟ ਜਾਣੀ ਹੈ। ਨਾਮ ਪ੍ਰਿਥਿਆ ਚੰਦ ਤੂੰ ਫੀਕੋ ਭਰਜੈ ਹੈ। ਭਾਈ ਗੁਰਦਾਸ ਜੀ ਕਹਿੰਦੇ ਨਾਂ ਤਾਂ ਤੇਰਾ ਜੀ ਪ੍ਰਿਥੀ ਚੰਦ, ਪ੍ਰਿਥੀ ਨਾਮ ਹੁੰਦਾ ਧਰਤੀ ਦਾ, ਚੰਦ ਨਾਮ ਚੰਦਰਮੇ ਦਾ। ਨਾਂ ਤਾਂ ਤੇਰਾ ਪ੍ਰਿਥੀ ਚੰਦ ਹੈ ਪਰ ਤੂੰ ਹੈ ਫਿੱਕਾ, ਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਫਿੱਕਾ ਪੈ ਜਾਵੇਂਗਾ। ਤੁਝ ਪੱਖੀ ਉਡ ਗਨ ਛਿਪੈ ਸੋ ਦ੍ਰਿਸ਼ਟ ਨ ਹੈ। ਜਿਹੜੇ ਤੇਰੇ ਵਰਗੇ ਲੋਕ ਨੇ ਨਾ ਉਹ ਤਾਂ ਹੈ ਨ ਚੰਦਰਮੇ ਦੀ ਨਿਆਈ, ਜਿਵੇਂ ਸੂਰਜ ਚੜ੍ਹਦਾ ਤੇ ਚੰਦਰਮਾ ਫਿੱਕਾ ਹੋ ਜਾਂਦਾ ਹੈ, ਤੇ ਤੇਰੇ ਜਿਹੜੇ ਸਾਥੀ ਨੇ ਉਹ ਤਾਰਿਆਂ ਦੀ ਨਿਆਈ ਨੇ। ਸੂਰਜ ਚੜ੍ਹਨ ਦੇ ਨਾਲ ਜਿਵੇਂ ਤਾਰੇ ਛਪ ਜਾਂਦੇ ਨੇ ਨਾ, ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ੋਭਾ ਦੇ ਅੱਗੇ ਤੇਰੇ ਸੇਵਕ ਸਿੱਖ ਨਾ ਦ੍ਰਿਸ਼ਟੀ ਨਹੀਂ ਪੈਣਗੇ, ਭਾਵ ਨਜ਼ਰੀ ਨਹੀਂ ਪੈਣਗੇ। ਅਬ ਬਚ ਮੋਹਿ ਨ ਮਾਨ ਹੈ ਪਛਤਾਏ ਕਨੇਰਾ। ਭਾਈ ਸਾਹਿਬ ਜੀ ਕਹਿੰਦੇ ਤੂੰ ਮੇਰੇ ਕਹੇ ਹੋਏ ਬਚਨ ਹੁਣ ਨਹੀਂ ਮੰਨ ਰਿਹਾ, ਆਉਣ ਵਾਲੇ ਸਮੇਂ ਵਿੱਚ ਤੂੰ ਕਨੇਰੇ ਬਹੁਤੇ ਦੁੱਖ ਦੀ ਪ੍ਰਾਪਤੀ ਕਰੇਗਾ। ਬਸ ਨਾ ਚਲਹਿ ਗੋ ਤੋਹਿ ਕੱਛ ਬਲ ਲਾਏ ਬਡੇਰਾ। ਤੂੰ ਜਿਤਨਾ ਮਰਜੀ ਬਲ ਤਾਕਤ ਲਾ ਲੈ, ਤੇਰਾ ਕਦੇ ਬਸ ਨਹੀਂ ਚੱਲੇਗਾ। ਅਜ਼ਰ ਜੋਰਿਓ ਅਜ਼ਮਤ ਮਹਾਨ ਹੈ ਕਹੂੰ ਦਿਖਾਵੇ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਰਾਮਾਤੀ ਸਾਹਿਬ ਅਜਰ ਨੂੰ ਜਰਦੇ ਹਨ। ਉਹਨਾਂ ਨੇ ਕਦੇ ਵੀ ਆਪਣਾ ਆਪ ਨਹੀਂ ਜਣਾਇਆ, ਆਪਣਾ ਆਪ ਪ੍ਰਗਟ ਨਹੀਂ ਕੀਤਾ। ਨਾ ਕਰ ਬੰਕ ਬਿਲੋਕ ਬੇ ਸਭ ਜਗ ਬਿਨਸਾਵੇ। ਨਹੀਂ ਤਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੇ ਕਰ ਕਿਤੇ ਟੇਢੀ ਭੌਂ ਕਰਕੇ ਵੀ ਵੇਖ ਲੈਣ ਤੇ ਸਾਰੇ ਜਗਤ ਨੂੰ ਬਿਨਸਾ ਸਕਦੇ, ਨਾਸ਼ ਕਰ ਸਕਦੇ ਨੇ। ਐਸੀ ਸਮਰੱਥਾ ਦੇ ਮਾਲਕ ਹਨ। ਧੰਨ ਹਿਰਦਾ ਤਿਨ ਕੋ ਮਹਾ ਬਲ ਇਤਨੋ ਪਾਏ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹਿਰਦਾ ਧਨ ਹੈ ਜਿਨ੍ਹਾਂ ਨੇ ਇੰਨੇ ਬਲ ਦੀ, ਇੰਨੀ ਤਾਕਤ ਦੀ ਪ੍ਰਾਪਤੀ ਕੀਤੀ ਹੈ। ਅਪਰ ਨਰਨ ਕੀ ਸਮਰਹਿਤ ਸ਼ਕਤੀ ਗੁਪਤਾਏ। ਇੰਨਾ ਬਲ ਪ੍ਰਾਪਤ ਕਰਨ ਦੇ ਬਾਵਜੂਦ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਪਤ ਰਹਿੰਦੇ ਨੇ, ਆਮ ਮਨੁੱਖਾਂ ਵਾਂਗੂ ਸਤਿਗੁਰ ਜੀ ਰਹਿੰਦੇ ਨੇ। ਤਾਂ ਹੀ ਤਾਂ ਉਹਨਾਂ ਦੀ ਬਾਣੀ ਕਹਿੰਦੀ ਨਾ, ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਓ ਮੇਰਾ ਠਾਠਾ ਬਾਗਾ। ਮੈਂ ਦੁਨੀਆ ਨਾਲ ਵੀ ਵਿਚਰਦਾ ਹਾਂ, ਸੰਸਾਰ ਨਾਲ ਵੀ ਗੱਲਾਂ ਕਰਦਾ, ਆਮ ਮਨੁੱਖਾਂ ਵਾਂਗੂ ਵਿਚਰਦਾ, ਪਰ ਮੇਰਾ ਮਨ ਉਸ ਸੱਚੇ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜਿਆ ਹੋਇਆ ਹੈ। ਇਤਨੀ ਤਾਕਤ ਸ਼ਕਤੀ ਪ੍ਰਾਪਤ ਕਰਕੇ ਗੁਪਤ ਰਹੇ ਮਹਾਰਾਜ ਗੁਰੂ ਅਰਜਨ ਦੇਵ ਜੀ। ਉਹਨਾਂ ਨੇ ਤਤੀ ਲੋਹ ਤੱਕ, ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਜੀਵਨ ਦਾ ਸਫ਼ਰ ਹੈ ਨਾ, ਬਚਪਨ ਤੋਂ ਲੈ ਕੇ ਤਤੀ ਲੋਹ ਤੱਕ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਦੇ ਆਪਣੇ ਆਪ ਨੂੰ ਨਹੀਂ ਜਣਾਇਆ। ਇਤਨੀ ਤਾਕਤ, ਇੰਨੀ ਸਮਰੱਥਾ ਹੋਣ ਦੇ ਬਾਵਜੂਦ ਵੀ ਮੇਰੇ ਪਾਤਸ਼ਾਹ ਜੀ ਗੁਪਤ ਰਹੇ, ਆਪਣੀ ਸ਼ਕਤੀ ਨੂੰ ਸਮੇਟ ਕੇ ਰੱਖਿਆ। ਇਹਨੂੰ ਕਹਿੰਦੇ ਜੀ ਅਜਰ ਨੂੰ ਜਰਨਾ, ਤੇ ਸਤਿਗੁਰੂ ਜੀ ਨੇ ਸਦਾ ਹੀ ਅਜਰ ਨੂੰ ਜਰਨਾ ਕੀਤਾ ਹੈ। ਕਹਿਤ ਹੁਤੋ ਤਿਵ ਹਿਤ ਮਹਾ ਮਾਨੈ ਸੁਖ ਪਾਈ। ਸਤਿਗੁਰੂ ਤਾਂ ਸਦਾ ਹੀ ਤੇਰੇ ਹਿੱਤ, ਤੇਰੇ ਭਲੇ ਵਾਸਤੇ ਬਚਨ ਕਹਿੰਦੇ ਨੇ। ਜੇ ਮੰਨੇਗਾ ਤੇ ਤੈਨੂੰ ਸੁਖ ਮਿਲ ਜਾਣਗੇ। ਤੁਰਕ ਅਗਰ ਬੇਨਤੀ ਕਰੈ ਹੋਏ ਨਾ ਲਗਤਾਈ। ਤੇ ਜੇ ਤੁਰਕਾਂ ਦੇ ਅੱਗੇ ਜਾ ਕੇ ਬੇਨਤੀ ਕਰੇਗਾ ਕਿ ਉੱਥੇ ਤੇਰੀ ਨੀਚਤਾਈ ਨਹੀਂ ਹੋਵੇਗੀ। ਗੁਰੂ ਘਰ ਵਿੱਚ ਨਿਵੇਂਗਾ ਤੇ ਮਾਣ ਮਿਲੇਗਾ, ਪਰ ਤੁਰਕਾਂ ਦੇ ਅੱਗੇ ਜਾ ਕੇ ਨਿਵੇਂਗਾ ਤੇ ਉੱਥੇ ਤਾਂ ਤੈਨੂੰ ਨੀਵਾਂ ਹੀ ਬਣਨਾ ਪਵੇਗਾ। ਘਰ ਬੈਠੇ ਹੋਵੇਂ ਗੁਰੂ ਮਾਨੈ ਬਹੁ ਦੇਸਾ। ਜੇ ਘਰ ਵਿੱਚ ਬਹਿੰਦਾ ਤੇ ਤੈਨੂੰ ਵੱਡੀ ਵਡਿਆਈ ਮਿਲਣੀ ਸੀ, ਤੇ ਸਾਰੇ ਲੋਕਾਂ ਨੇ ਆ ਕੇ ਤੈਨੂੰ ਗੁਰੂ ਪੁੱਤਰ ਹੋਣ ਦਾ ਸਨਮਾਨ ਦੇਣਾ ਸੀ। ਕਰਹਿ ਬਿਨੋਦ ਅਨੇਕ ਹੀ ਬਨ ਸਭਿੰਨ ਵਿਸ਼ੇਸ਼ਾ। ਸਾਧ ਸੰਗਤ ਜੀ, ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਨਾ, ਤੇ ਮਾਤਾ ਸੁਲੱਖਣੀ ਜੀ ਨੇ ਇੱਕ ਬੇਨਤੀ ਕੀਤੀ ਸਾਹਿਬ ਜੀ ਦੇ ਚਰਨਾਂ ਵਿੱਚ, ਮਹਾਰਾਜ ਤੁਸੀਂ ਆਪਣੀ ਗੱਦੀ ਤਾਂ ਆਪਣੇ ਸੇਵਕ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਦੇ ਦਿੱਤੀ, ਤੁਹਾਡਾ ਕੀਤਾ ਸਿਰ ਮੱਥੇ, ਪਰ ਆਪ ਜੀ ਤੋਂ ਬਾਅਦ ਆਪ ਜੀ ਦੇ ਪੁੱਤਰ ਕੀ ਕਰਨਗੇ। ਤੇ ਗੁਰੂ ਸਾਹਿਬ ਜੀ ਨੇ ਇੱਕ ਬਚਨ ਕਿਹਾ ਸੀ ਵੀ ਗੁਰੂ ਘਰ ਦੇ ਜਿਹੜੇ ਕੂਕਰ ਹੁੰਦੇ ਨੇ ਨਾ, ਉਹਨਾਂ ਨੂੰ ਵੀ ਸਨਮਾਨ ਮਿਲਦਾ ਹੁੰਦਾ ਹੈ। ਇਹ ਤਾਂ ਫਿਰ ਵੀ ਗੁਰੂ ਪੁੱਤਰ ਹਨ, ਕਿ ਇਹਨਾਂ ਨੂੰ ਸਨਮਾਨ ਨਹੀਂ ਮਿਲੇਗਾ। ਇਹਨਾਂ ਨੂੰ ਵੀ ਜਗਤ ਪੂਜੇਗਾ, ਇਹਨਾਂ ਦਾ ਵੀ ਸਨਮਾਨ ਕਰੇਗਾ, ਇਹਨਾਂ ਨੂੰ ਵੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਵੇਗੀ। ਇਹ ਬਚਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਸੀ।
ਇਸ ਵਾਸਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਵੀ ਜੇ ਘਰ ਬੈਠੋਗੇ ਨਾ ਨਿਮਰਤਾ ਦੇ ਨਾਲ, ਇਹਦੇ ਨਾਲ ਤੁਹਾਡੀ ਵੱਡੀ ਵਡਿਆਈ ਹੋਏਗੀ। ਤੁਹਾਨੂੰ ਵੀ ਦੇਸਾਂ ਵਿਦੇਸਾਂ ਵਿੱਚ ਲੋਕ ਆ ਕੇ ਮੰਨਣਗੇ, ਤੁਹਾਡਾ ਅਦਬ ਕਰਨਗੇ ਗੁਰੂ ਪੁੱਤਰ ਜਾਣ ਕੇ। ਨਾਹਿੰਦ ਤਰਵਰ ਤੋਹੇ ਕਹਿ ਤਹਿ ਕਟਨ ਕੁਟਾਰਾ। ਨਹੀਂ ਤਾਂ ਜਿਸ ਦਰਖਤ ਦੀ ਗੱਲ ਤੂੰ ਕਰਦਾ ਹੈ ਨਾ, ਪਿੱਛੇ ਭਾਈ ਸਾਹਿਬ ਨੇ ਜਿਹੜਾ ਅਲੰਕਾਰ ਬਣਿਆ ਆਪਾਂ ਸੁਣਿਆ, ਜਿਸ ਦਰਖਤ ਦੀ ਗੱਲ ਤੂੰ ਕਰਦਾ ਹੈ, ਤੇਰੇ ਦਰਖਤ ਨੂੰ ਕੱਟਣ ਵਾਸਤੇ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕੁਠਾਰ ਦੀ ਨਿਆਈ ਹਨ। ਏਕ ਬਾਖ ਮੁਖ ਤੇ ਕਹੈ ਸਭ ਹੋਏ ਜਰ ਸ਼ਾਰਾ। ਸਤਿਗੁਰੂ ਜੀ ਜੇ ਆਪਣੇ ਮੁਖਾਰ ਬਿੰਦ ਵਿੱਚੋਂ ਇੱਕ ਵੀ ਬਚਨ ਕਹਿਣ ਤੇ ਤੇਰਾ ਸਾਰਾ ਕੁਝ ਸੜ ਕੇ ਸੁਆਹ ਹੋ ਜਾਵੇਗਾ। ਮਹਿਮਾ ਨਹੀਂ ਪਛਾਨ ਤੋ ਭਰਾਤਾ ਕਰ ਜਾਣੈ। ਅਸਲ ਵਿੱਚ ਤੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮਹਿਮਾ ਨੂੰ ਨਹੀਂ ਪਛਾਣਦਾ। ਗੁਰੂ ਨਾਨਕ ਸਾਹਿਬ ਜੀ ਦੀ ਉਹ ਪੰਜਵੀਂ ਜੋਤ ਨੇ, ਤੂੰ ਕੇਵਲ ਗੁਰੂ ਅਰਜਨ ਦੇਵ ਜੀ ਨੂੰ ਆਪਣਾ ਭਰਾ ਕਰਕੇ ਜਾਣਦਾ ਹੈ। ਕਯੋ ਲੋਕ ਪਰਲੋਕ ਗਤ ਹਠ ਠਾਨਿਓ ਹਨ। ਭਾਈ ਸਾਹਿਬ ਕਹਿਣ ਲੱਗੇ, ਹਠ ਕਰਕੇ ਕਿਉਂ ਤੂੰ ਲੋਕ ਤੇ ਪਰਲੋਕ ਦੀ ਆਪਣੀ ਗਤ ਨਾਸ਼ ਕਰ ਰਹੇ ਹੈ? ਲੋਕ ਪਰਲੋਕ ਦੇ ਸੁਖ ਕਿਉਂ ਨਾਸ਼ ਕਰਦਾ ਹੈ? ਦੋਹਰਾ ਇਸ ਪ੍ਰਕਾਰ ਗੁਰਦਾਸ ਨੇ ਕਹਿਓ ਬਾਗ ਸਭ ਰੀਤ। ਇਸ ਪ੍ਰਕਾਰ ਭਾਈ ਗੁਰਦਾਸ ਜੀ ਨੇ ਹਰ ਪ੍ਰਕਾਰ ਦੇ ਬਚਨ ਜਿਹੜੇ ਪ੍ਰਿਥੀ ਚੰਦ ਨੂੰ ਕਹੇ, ਬੜੇ ਪਿਆਰ ਨਾਲ ਸਮਝਾਇਆ, ਬੇਨਤੀਆਂ ਵੀ ਕੀਤੀਆਂ। ਆਖਰ ਭਾਈ ਗੁਰਦਾਸ ਜੀ ਨੂੰ ਗੁੱਸਾ ਵੀ ਆਇਆ। ਮਾਮਾ ਜੀ ਵੀ ਲੱਗਦੇ ਸਨ ਤੇ ਹਿੱਤ ਵੀ ਚਾਹੁੰਦੇ ਸਨ ਪ੍ਰਿਥੀ ਚੰਦ ਦਾ। ਮਹਾ ਕਸ਼ਟ ਕੋ ਧਾਰ ਹੀ ਆਵੈ ਨਹੀਂ ਪ੍ਰਤੀਤ। ਪਰ ਜਿਹੜਾ ਪ੍ਰਿਥੀ ਚੰਦ ਸੀ, ਭਾਈ ਗੁਰਦਾਸ ਜੀ ਦੇ ਬਚਨ ਸੁਣ ਕੇ ਮਾਨੋ ਵੀ ਜਿਵੇਂ ਉਹਨੂੰ ਦੁੱਖ ਹੀ ਪ੍ਰਾਪਤ ਹੁੰਦਾ ਹੋਵੇ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਤਨੇ ਵੀ ਬਚਨ ਕਹੇ ਸਨ, ਉਹਨਾਂ ਬਚਨਾਂ ਤੇ ਉਹਨੂੰ ਪ੍ਰਤੀਤ ਨਹੀਂ ਸੀ ਆਉਂਦੇ। ਕਿਉਂਕਿ ਜਿਹੜਾ ਬੇਵਿਸ਼ਵਾਸਾ ਤੇ ਬੇਪ੍ਰਤੀਤਾ ਮਨੁੱਖ ਹੋਵੇ ਨਾ, ਉਹਨੂੰ ਵਾਕਿਆ ਹੀ ਕਿਸੇ ਤੇ ਭਰੋਸਾ ਨਹੀਂ ਹੁੰਦਾ। ਉਹ ਆਪਣੇ ਆਪ ਨੂੰ ਵਧੇਕ ਸਮਝਦਾ ਹੈ। ਅਜਿਹਾ ਮਨੁੱਖ ਆਪਣੇ ਮਨ ਹੱਥੋਂ ਹਾਰਿਆ ਹੁੰਦਾ ਹੈ, ਜਿਹੜਾ ਕਿਸੇ ਦੀ ਪ੍ਰਤੀਤ ਨਹੀਂ ਕਰਦਾ। ਕਿਉਂਕਿ ਉਹ ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨਾ ਹੋਵੇ। ਉਹ ਖੁਦ ਆਪਣੀ ਪ੍ਰਤੀਤ ਆਪ ਗਵਾ ਬੈਂਦਾ ਹੈ। ਸੋ ਭਾਈ ਸਾਹਿਬ ਭਾਈ ਗੁਰਦਾਸ ਜੀ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਵਾਪਸ ਚੱਲ ਕੇ ਆਉਣਗੇ ਤੇ ਸਤਿਗੁਰਾਂ ਨਾਲ ਜਿਵੇਂ ਉਹਨਾਂ ਦਾ ਸੰਵਾਦ ਹੋਵੇਗਾ। ਇਹ ਕਥਾ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ ਜੀ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰ ਇਤਿਹਾਸ ਦੀ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗੰਮ ਪੂਰਨ ਮੋਹਿ ਮਾਇਆ ਧਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਮਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।